ਧੰਨ ਵਾਖੇ ਗੁਰੂ ਸਾਹਿਬ ਜੀਓ। ਗੁਰਪੂਰਾ ਜਿਨ ਸਿਮਰਿਆ ਸਈ ਭੈ ਨਿਹਾਲ। ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ। ਤਰ ਜੀਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ। ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦਾਨੰ ਪਰਾਪੂਰ ਦੇਣ ਪੁਚੰਤੇ ਮਹੀਪਤੇ। ਬਪਰੀਤ ਬੁੱਧਿਅੰ ਮਾਰਤ ਲੋਕਹਿ। ਨਾਨਕ ਚਿਰੰ ਕਾਲ ਦੁਖ ਭੋਗਤੇ। ਦਾਨੰਗ ਪਰਾਪੂਰ ਬੇਣ ਪੁਚੰਤੇ ਮਹੀਪਤੇ। ਬਪਰੀਤ ਬੁੱਧਿਅੰਗ ਮਾਰਤ ਲੋਕਹਿ। ਨਾਨਕ ਚਿਰੰ ਕਾਲ ਦੁਖ ਭੋਗਤੇ। ਬਿਰਥਾ ਅਨੁਗ੍ਰਹੰ ਗੋਬਿੰਦੈ। ਜਸ ਸਿਮਰਨ ਰਿਦੰਤਰ ਹੈ। ਆਰੋਗੰਗ ਮਹਾਰੋਗੰ ਬਿਸਿਮਰਤੇ ਕਰੁਣਾਮਹਿ। ਆਰੋਗੰਗ ਮਹਾਰੋਗੰ ਬਿਸਿਮਰਤੇ ਕਰੁਣਾਮਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਆਪ ਜੀ ਨੇ ਅੱਜ ਦੇ ਇਸ ਵਿਸ਼ੇਸ਼ ਦੀਵਾਨ ਦੇ ਅੰਦਰ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਕੀਰਤਨ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਗੁਰੂ ਇਤਿਹਾਸ ਸਰਵਣ ਕੀਤਾ ਹੈ ਤੇ ਇਤਿਹਾਸ ਨੂੰ ਗੁਰੂ ਬਾਬਿਆਂ ਦੀਆਂ ਸਾਖੀਆਂ ਨੂੰ ਸੁਣਦਾ ਇੱਕ ਮੰਤਵ ਹੈ ਕਿ ਜੋ ਕੁਝ ਇਤਿਹਾਸ ਵਿੱਚ ਸਾਖੀ ਵਿੱਚ ਗੁਰਦੇਵ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ, ਜੇ ਕਿਤੇ ਉਹ ਸਾਖੀ, ਉਹ ਘਟਨਾ, ਉਹ ਇਤਿਹਾਸ ਸਾਡੇ ਜੀਵਨ ਦੇ ਅੰਦਰ ਕਿਤੇ ਢਲ ਜਾਏ, ਕਿਤੇ ਜੀਵਨ ਅੰਦਰ ਕਿਰਪਾ ਉਹ ਜੀ ਹੋ ਜਾਏ, ਤੇ ਫਿਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਾਣੀਆਂ ਕਹਾਣੀਆਂ, ਗੁਰੂ ਬਾਬਿਆਂ ਦੀਆਂ ਕਹਾਣੀਆਂ ਬਿਰਥ ਨਹੀਂ ਜਾਂਦੀਆਂ। ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ। ਗੁਰੂ ਬਾਬਿਆਂ ਦੀਆਂ ਸਾਖੀਆਂ ਮਨੁੱਖ ਦੇ ਜੀਵਨ ਨੂੰ ਪਲਟ ਕੇ ਰੱਖ ਦਿੰਦੀਆਂ ਨੇ। ਇਤਿਹਾਸ ਜਿਹੜਾ ਇਹ ਕੌਮ ਦੀ ਜਿੰਦ ਜਾਨ ਹੁੰਦਾ ਹੈ। ਮੈਨੂੰ ਇੱਕ ਗੱਲ ਚੇਤੇ ਆਈ, ਮੈਂ ਵਿਚਾਰ ਤੋਂ ਪਹਿਲਾਂ ਅਰਜ਼ ਕਰਦਿਆਂ, ਕਰਮ ਸਿੰਘ ਹਿਸਟੋਰੀਅਨ
ਬਹੁਤ ਤਕੜਾ ਇੱਕ ਵਿਦਵਾਨ ਹੋਇਆ, ਜਿਨੇ ਵਿੱਚੇ BA ਦੀ ਪੜ੍ਹਾਈ ਨੂੰ ਛੱਡ ਕੇ ਇੱਕੋ ਬੀੜਾ ਚੁੱਕਿਆ ਸੀ, ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖਾਂ ਦਾ ਇਤਿਹਾਸ ਇਕੱਤਰ ਕਰਨਾ। ਉਹਨੇ ਕੁਝ ਕਿਤਾਬਾਂ ਵੀ ਲਿਖੀਆਂ, ਕੱਤਕ ਕੇ ਵਿਸ਼ਾਖ, ਇੱਕ ਹਿੰਦੀ ਵਿੱਚ ਕਿਤਾਬ ਲਿਖੀ ਬੰਦਾ ਕੌਣ ਥਾ, ਉਰਦੂ ਵਿੱਚ ਲਿਖੀ ਬੰਦਾ ਕੌਣ ਥਾ। ਉਹਨੇ ਹਰ ਹੀਲਾ ਵਰਤਿਆ, ਇਤਿਹਾਸ ਨੂੰ ਇਕੱਠਿਆਂ ਕਰ ਲਈ, ਇੱਥੋਂ ਤੱਕ ਕਿ ਸਤਿਗੁਰੂ ਦੀ ਕਿਰਪਾ ਨਾਲ ਉਹ ਬਗਦਾਦ ਦੀ ਧਰਤੀ ਤੇ ਵੀ ਚਲਾ ਗਿਆ, ਹਾਜੀਆਂ ਵਿੱਚ ਗਿਆ। ਜਦੋਂ ਪਤਾ ਲੱਗਾ ਇਹਦੇ ਕੇਸ ਕਤਲ ਕਰਨ ਲੱਗੇ ਤੇ ਉੱਥੋਂ ਦੇ ਇੱਕ ਅਫੀਸਰ ਨੇ ਬਚਾ ਦਿੱਤਾ। ਖੈਰ, ਉਸ ਬੰਦੇ ਨੇ ਬੜੀ ਪੁਰਾਤਨਤਾ ਸਾਂਭੀ। ਇੱਕ ਵਾਰੀ ਕਹਿੰਦੇ ਨੇ ਕਿਸੇ ਉਹ ਸੱਜਣ ਨੂੰ ਮਿਲਿਆ, ਉਹ ਪੁਰਾਤਨ ਮਿਰਾਸ਼ੀ ਸੀ ਤੇ ਉਹਨੂੰ ਉਸ ਵਕਤ ਦੀਆਂ ਵਾਰਾਂ ਚੇਤੇ ਸਨ, ਜਿਹੜੇ ਵਕਤ ਦੀਆਂ ਵਾਰਾਂ ਕਿਤੇ ਭੰਗਾਣੀ ਦਾ ਯੁੱਧ ਗੁਰੂ ਜਿੱਤ ਕੇ ਆਏ ਤੇ ਜਦੋਂ ਢਾਡੀਆਂ ਨੇ ਯੁੱਧ ਜਿੱਤ ਕੇ ਆਏ, ਜਿਹੜੀਆਂ ਵਾਰਾਂ ਗਾਈਆਂ ਉਹਨੂੰ ਇੱਕ ਇੱਕ ਅੱਖਰ ਚੇਤੇ ਸੀ। ਉਹਨੇ ਸੀਨਾ ਬਸੀਨਾ ਸੁਣਿਆ। ਕਰਮ ਸਿੰਘ ਉਹਦੇ ਕੋਲ ਗਿਆ, ਉਹਨੇ ਇੱਕ ਗੱਲ ਕਹੀ, ਕਹਿਣ ਲੱਗਾ ਇੱਕ ਵਾਰ ਦਾ ਇੱਕ ਸੋਨਾ ਕੜੇ ਦਾ ਕੜਾ ਇੱਕ ਲਾਂਗਾ ਸੋਨੇ ਦਾ, 101 ਰੁਪਇਆ ਲਾਂਗਾ ਤੇ ਇੱਕ ਕੀਮਤੀ ਦਿਸ਼ਾਲਾ ਲਾਂਗਾ, ਤਾਂ ਮੈਂ ਇੱਕ ਵਾਰ ਤੈਨੂੰ ਸੁਣਾਂਗਾ, ਨਹੀਂ ਤਾਂ ਇਸ ਤੋਂ ਬਿਨਾਂ ਮੈਂ ਵਾਰ ਬਿਲਕੁਲ ਨਹੀਂ ਸੁਣਾਂਗਾ। ਉਹ ਫਿਰ ਲਿਖਦਾ, ਅਫਸੋਸ ਮੇਰੇ ਘਰ ਦੇ ਅੰਦਰ ਇੰਨਾ ਕੁਝ ਹੈ ਨਹੀਂ ਸੀ, ਕੋਸ਼ਿਸ਼ ਮੈਂ ਬੜੀ ਕੀਤੀ, ਪਰ ਹੋ ਸਕਦਾ ਮੈਂ ਇੰਨਾ ਕੁਝ ਵੇਚ ਵੱਟ ਕੇ ਵੀ ਉਹਨੂੰ ਨਾ ਖਰੀਦ ਸਕਦਾ। ਖੈਰ, ਗੁਰੂ ਬਾਬੇ ਦਾ ਇਤਿਹਾਸ ਜੀਵਨ ਪਲਟਦਾ ਹੈ। ਅੱਜ ਜੋ ਪਾਵਨ ਪਵਿੱਤਰ ਆਪ ਜੀ ਨੇ ਸ਼ਲੋਕ ਸਰਵਣ ਕੀਤਾ ਹੈ, 2 ਸ਼ਲੋਕ ਸਰਵਣ ਕੀਤੇ ਨੇ। ਪਹਿਲੇ ਸ਼ਲੋਕ ਵਿੱਚ ਗੁਰੂ ਪੰਚਮ ਪਿਤਾ ਕਹਿੰਦੇ ਨੇ, ਜਦੋਂ ਕੋਈ ਮਨੁੱਖ ਕਿਸੇ ਰਾਜ ਪਦਵੀ ਤੇ ਬੈਠਦਾ ਹੈ, ਕਿਸੇ ਵੀ ਸਿੰਘਾਸਨ ਤੇ ਬਿਰਾਜਮਾਨ ਹੁੰਦਾ ਹੈ, ਤੇ ਅਸਲ ਵਿੱਚ ਉਹਦੇ ਪੂਰਬਲੇ ਕੀਤੇ ਹੋਏ ਕਰਮ ਜਿਹੜੇ ਨੇ, ਉਹਦੇ ਪੂਰਬ ਦਾ ਕੀਤਾ ਹੋਇਆ ਕੋਈ ਦਾਨ, ਉਹ ਫਲੀਭੂਤ ਹੁੰਦਾ ਹੈ। ਪੂਰਬਲੇ ਕਰਮਾਂ ਕਰਕੇ ਰਾਜ ਸਿੰਘਾਸਨ ਮਿਲਦਾ ਹੈ। ਤੇ ਕਹਿੰਦੇ ਨੇ, ਜੇ ਕੋਈ ਤਖਤ ਤੇ ਬਹਿੰਦਿਆਂ ਸਾਰ ਉਸ ਨਿਰੰਕਾਰ ਨੂੰ ਭੁਲਾਦਾ ਤੇ ਮਤ ਇੰਨੀ ਕੁ ਮਲੀਨ ਹੋ ਜਾਂਦੀ ਏ, ਤਖਤ ਤੇ ਬੈਠ ਕੇ ਲੋਕਾਂ ਤੇ ਇੰਨਾ ਕੁ ਤਸ਼ੱਦਦ ਕਰਦਾ ਹੈ, ਇੰਨਾ ਕੁ ਜ਼ੁਲਮ ਕਰਦਾ ਹੈ, ਉਸ ਜ਼ੁਲਮ ਦੇ ਬਦਲੇ ਉਸ ਰਾਜੇ ਨੂੰ ਪਤਾ ਨਹੀਂ ਕਿੰਨੇ ਕੁ ਜਨਮ ਹੋਰ ਭਟਕਣਾ ਪੈਂਦਾ। ਸਾਹਿਬ ਨੇ ਬਚਨ ਕੀਤੇ ਬੜੇ ਪਿਆਰੇ। ਫਿਰ ਨਾਲ ਇਹ ਵੀ ਕਹਿ ਦਿੱਤਾ, ਜਿਹੜਾ ਸਿਮਰਨ ਕਰਦਾ ਹੈ ਉਹ ਦੁੱਖ ਨੂੰ ਵੀ ਰੱਬ ਦੀ ਦਾਤ ਸਮਝਦਾ ਹੈ, ਤੇ ਜਿਹੜਾ ਸਿਮਰਨ ਨਹੀਂ ਕਰਦਾ ਉਹ ਭਾਵੇਂ ਤੰਦਰੁਸਤ ਹੋਵੇ, ਉਹ ਤਾਂ ਵੀ ਰੋਗੀਆਂ ਤੋਂ ਪੈੜਾ ਹੈ। ਸਤਿਗੁਰੂ ਕੀ ਬਾਣੀ ਦੇ ਇਹਨਾਂ ਦੋਨਾਂ ਸ਼ਲੋਕਾਂ ਦੀ ਆਪਾਂ ਵਿਚਾਰ ਕਰਨੀ, ਪਰ ਕਿਰਪਾ ਕਰਕੇ ਥੋੜੀ ਜੀ ਇਕਾਗਰਤਾ ਜ਼ਰੂਰ ਬਖਸ਼ਿਆ ਜੀ। ਪਹਿਲਾ ਬਚਨ ਅੱਜ ਗੁਰਦੇਵ ਨੇ ਕੀਤਾ, ਪੂਰਬਲੇ ਕਰਮਾਂ ਕਰਕੇ ਰਾਜ ਮਿਲਿਆ, ਪਰ ਧਿਆਨ ਰੱਖਣਾ, ਜਦੋਂ ਮਨੁੱਖ ਅੰਦਰ ਰਾਜ ਮਦ ਆ ਜਾਏ, ਰਾਜ ਦਾ ਨਸ਼ਾ ਆ ਜਾਏ, ਤੇ ਰਾਜ ਦੇ ਨਸ਼ੇ ਵਿੱਚ ਚੂਰ ਹੋਇਆ ਬੰਦਾ ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ, ਜੋ ਕੁਝ ਵੀ ਸਾਹਮਣੇ ਆ ਜਾਏ ਅਤ ਦਾ ਜ਼ੁਲਮ ਕਰਦਾ ਹੈ। ਤੇ ਮੇਰਾ ਗੁਰੂ ਨਾਨਕ ਕਹਿੰਦੇ ਨੇ, ਸਤਿਗੁਰੂ ਗੁਰੂ ਨਾਨਕ ਦੀ ਜੋਤ ਕਹਿੰਦੀ ਏ, ਇਹੋ ਜਿਹਾ ਜ਼ੁਲਮ ਕਰਨ ਵਾਲੇ ਬੰਦੇ ਨੂੰ ਪਤਾ ਨਹੀਂ ਕਿੰਨੇ ਕੁ ਜਨਮ ਹੋਰ ਰੱਬ ਦੀ ਦਰਗਾਹ ਵਿੱਚ ਸਜ਼ਾ ਮਿਲ ਜਾਂਦੀ। ਸਤਿਗੁਰੂ ਨੇ ਬਾਣੀ ਵਿੱਚ ਰਾਜ ਦੇ ਸੰਬੰਧ ਵਿੱਚ ਬੜੇ ਪਿਆਰੇ ਬਚਨ ਕਹੇ। ਸਾਹਿਬ ਜੀ ਕਹਿੰਦੇ ਨੇ, ਰਾਜ ਕੋਈ ਮਾੜੀ ਬਾਤ ਨਹੀਂ, ਰਾਜ ਚਾਹੀਦਾ, ਪਰ ਚੇਤੇ ਰੱਖੀ ਰਾਜ ਮਦ ਨਾ ਹੋਵੇ, ਰਾਜ ਦਾ ਨਸ਼ਾ ਨਾ ਆ ਜਾਏ। ਰਾਜ ਦੇ ਨਸ਼ੇ ਅੰਦਰ ਕਿਤੇ ਤੂੰ ਕਰਤਾਰ ਨੂੰ, ਨਿਰੰਕਾਰ ਨੂੰ ਭੁੱਲ ਜਾਏ, ਤੇ ਸਾਹਿਬ ਕਹਿੰਦੇ ਨੇ, ਯਾਦ ਰੱਖ ਹੇ ਮੇਰੇ ਮਾਲਕ, ਜੇ ਕਿਤੇ ਤੂੰ ਮੈਨੂੰ ਰਾਜ ਦੇ ਵੀ ਦੇਵੇਂ, ਮੇਰੇ ਕੋਲ ਲਸ਼ਕਰ ਹੋਵੇ, ਆਪਣੀ ਫੌਜ ਹੋਵੇ, ਮੈਂ ਸੁਲਤਾਨ ਹੋਵਾਂ, ਤੇ ਜਿੱਧਰ ਮੈਂ ਜਾਵਾਂ ਮੇਰੀ ਫੌਜ, ਮੇਰੇ ਸਿਪਾਹੀ ਮੇਰੇ ਨਾਲ ਤੁਰਨ, ਜਿੱਥੇ ਜਾਵਾਂ ਲੋਕ ਮੈਨੂੰ ਦੇਖ ਕੇ ਸਲਾਮਾਂ ਕਰਨ, ਮੈਂ ਉੱਚੇ ਸਿੰਘਾਸਨ ਤੇ ਬਿਰਾਜਮਾਨ ਹੋਵਾਂ, ਪਰ ਇੱਕ ਤੂੰ ਕਿਰਪਾ ਮੇਰੇ ਤੇ ਕਰ ਦੇਂ ਦਾਤਿਆ, ਮੈਨੂੰ ਇਹੋ ਜਿਹਾ ਰਾਜ ਨਾ ਦੇਈਂ ਜਿਸ ਰਾਜ ਨੂੰ ਲੈ ਕੇ ਮੈਂ ਤੇਰੇ ਤੋਂ ਦੂਰ ਹੋ ਕੇ ਜ਼ੁਲਮ ਕਰਾਂ। ਮੈਨੂੰ ਉਹੋ ਜਿਹਾ ਰਾਜ ਦੇਈਂ ਜਿਸ ਗੱਦੀ ਤੇ ਬੈਠਿਆ ਦਾਤਾ ਤੇਰੀ ਗੱਦੀ ਮੇਰੇ ਹਿਰਦੇ ਵਿੱਚੋਂ ਕਦੀ ਜਾਏ। ਰਾਜ ਦੇ ਸਿੰਘਾਸਨ ਤੇ ਮੈਂ ਹੋਵਾਂ ਤੇ ਹਿਰਦੇ ਦੇ ਸਿੰਘਾਸਨ ਤੇ ਤੇਰਾ ਨਿਵਾਸ ਹੋਵੇ। ਸਤਿਗੁਰੂ ਨੇ ਤਾਂ ਹੀ ਬਚਨ ਕੀਤਾ, ਕਹਿਣ ਲੱਗੇ, ਸੁਲਤਾਨ ਹੋਵਾਂ ਮੇਲ ਲਸ਼ਕਰ। ਸ੍ਰੀ ਰਾਗ ਦਾ ਪਹਿਲਾ ਸ਼ਬਦ, ਪਹਿਲੇ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ। ਸਾਹਿਬ ਕਹਿੰਦੇ ਨੇ, ਸੁਲਤਾਨ ਹੋਵਾਂ, ਜੇ ਮੈਂ ਸਮਰਾਟ ਬਣ ਜਾਵਾਂ, ਮੇਲ ਲਸ਼ਕਰ, ਮੇਰੇ ਕੋਲ ਆਪਣੀ ਫੌਜ ਹੋਵੇ, ਤਖਤ ਰਾਖਾਂ ਪਾਉਂ, ਮੈਂ ਸਿੰਘਾਸਨ ਤੇ ਤਖਤ ਤੇ ਬਿਰਾਜਮਾਨ ਹੋਵਾਂ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ,
पर इन्ने उच्चे पदवी सिंहासन ते बैठ के कृपा एक कर दई, मत देख भूला विसरै, तेरा चित न आवे नाओ, मता मैं उस पदवी नू देख के मेरे मालका तेनू ना भुल जाऊं। तू राज दई पर अपनी याद नार दे दई। सतगुरु ने बाणी विच बचन कीते इस परछाए, कहंदे ने जदों बंदे नू राज दा नशा आउंदा है फिर ये किन्ना कु पाप करदा है। दुनिया दे इतिहास नू पढ़ के देखो ते खास करके हिंदुस्तान दे इतिहास विच ना पता नहीं किन्ने कु सानू इहो जिहे इतिहास विचों पन्ने मिलणगे जिथे बादशाह ने जुल्म करन दे विच इंतहा कर दित्ती, इन्ना कु तशद्दद ते जुल्म कीता, दुनिया त्रास त्रास कर उठी। सतगुरु गुरु नानक साहब दी बाणी विच बचन आउंदा, हजूर ने जदों उस वक्त दे समय नू तकिया ते एक बचन मेरे गुरुदेव ने बाणी विच कहा ते मलार की वार विच ए पावन पवित्र शलोक है। सतगुरु कहंदे ने, हे मेरे मालक, मैं देखना वा राजा तां प्रजा वास्ते इस तरह हुंदा है जिवें बच्चियां वास्ते मां होवे। राजा तां प्रजा दे लई इस तरह हुंदा है जिवें मानो एक बेड़ी दे विच कुछ लोगां नू बिठा के मला बेड़ी नू तोड़दा होवे। राजा तां इस तरह देश दे लई हुंदा है जिवें मानो कि घर दा पहरेदार दरवाजे दे अगे खलोता होवे। राजा तां प्रजा लई इस तरह हुंदा है जिवें खेत दे लई किसी ने वाड़ ला दित्ती होवे। पर हे मेरे मालक, जदों मैं इस लोगां दी दशा नू तकना वा ते काम सारा उल्टे। जे एक मां ही पुत्र नू जहर देना चाहे ते याद रखना दुनिया दी कोई ताकत उस बच्चे नू नहीं बचा सकती जिस बच्चे नू जहर देन ते मां तुली होवे। जिन्नू जहर मां देवे वो बच्चा कभी बच सकता है? मां ने तां बच्चे नू जीवन देना है। जे मां ही बच्चे नू जहर पियाएगी ओदा जीवन कभी बच नहीं सकता। ते जेड़ा राजा ही प्रजा नू जहर पियाना शुरू करदा है, चेते रखना वो प्रजा कभी सुखी बच नहीं सकती। राजे दा काम है पहरेदार बनना, ते जेड़ा पहरेदार ही घर नू लुटना शुरू करदा है ते किन्नी कु आस करांगे वो घर बाहर दियां तो बच जाए। जिस घर दा भेती पहरेदार ही घर नू लुटाण ते आ गया है वो घर कदी बचदे नहीं। जिस बेड़ी दा मला ये कहे मैं इस बेड़ी नू मंझ धार विच डोब के खत्म कर देना है, उस बेड़ी नू किनारे कोई नहीं ला सकदा। ते जिस खेत दी वाड़ ही कहे मैं खेत नू खा जाना है वो खेत कदी बचदा नहीं। ते जिस देश दा सम्राट ही, जिस देश दा बादशाह ही अपनी प्रजा ते जुल्म करना शुरू करदा है, चेते रखना वो देश कदी भी नहीं बच सकदा, ओदा कदी बचा नहीं। सतगुरु ने बाणी विच उदाहरण बड़ी सोहनी दित्ती। कहन लगे हैरानगी दी गल, जदों बादशाह तशद्दद करन ते उस वक्त जेड़े वजीर ने, जेड़े अमीर ने, जेड़े सिपाही ने घट वो भी नहीं गुजारदे। साहब कहंदे हद हो गई, बादशाह भी जुल्म करदा है, अमीर वजीर एहलकार ओदे सिपाही भी घट नहीं गुजारदे। हजूर ने 3 उदाहरणा दित्तियां। कहन लगे की होया जे पढ़े लिखे वजीर बड़े ने, पढ़े लिखे एहलकार बड़े ने। सतगुरु ने बाणी विच उदाहरण दित्ती। कहन लगे जेड़ा बादशाह जुल्म करदा है वो तां मानो इस तरह जिवें एक शेर जंगल दे विच हलका के वड़ जाए ते वो शेर जंगल भी जाके अपने उन्हां जितने भी जानवर मिल उन्हां नूं पाड़ पाड़ के खाई जाए। कुछ मांस तां शेर आप चबा के खा जाए, कुछ कु खून ते कुछ कु मांस बाकी छड़ जाए। कहन लगे शेर दा बचिया होया फिर कुत्ते आके मांस खांदे ने। ये बाणी दा बचन है मैं जिहड़ा अर्ज कर रहा। साहब कहंदे ने दातिया, जिस मुल्क दे, जिस देश दा राजा शेर बन जाए ओदे एहलकार कुत्ते बन जांदे ने ते ओदे जिहड़े अगे सिपाही ने वो इस तरह काम करदे ने जिवें शेर दियां नौंदरां काम करदियां ने। नौंदरां शिकार नूं पकड़दियां ने। शेर जदों भी शिकार पकड़न जांदा है अपनियां नौंदरां दे नाल शिकार नूं मारदा है। साहब कहंदे ने चाकर जिहड़े ने नौंदरां ने ये राजे लई शिकार नूं पकड़ के लिआउंदे ने ते राजा जिहड़ा शेर दी तरह उस मांस नूं पाड़ के खांदा है। जिन्ना कु आप लुट लिया ठीक, जिन्ना कु बचिया इहदे जिहड़े कुत्ते नौकर ने वो अगों सारा मांस चबा जांदे ने। रत पित जिहड़े ने वो कुत्ते चढ़ जांदे। सतगुरु ने बाणी विच क्या कहन लगे, राजे शीं मुकद्दम कुत्ते। ये सतगुरु की बाणी दी तो के राजे शेर बने बैठे ने,
ਮੁਕੱਦਮ ਕੁੱਤੇ, ਮੁਕੱਦਮਦਾਰ ਤੇ ਅਹਿਲਕਾਰ ਜਿਹੜੇ ਅੱਗੇ ਅਮੀਰ ਵਜ਼ੀਰ ਨੇ ਉਹ ਕੁੱਤੇ ਬਣੇ ਬੈਠੇ ਨੇ। ਜਦੋਂ ਰਾਜਾ ਜ਼ੁਲਮ ਕਰਦਾ ਹੈ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਜਾਏ ਜਗਾਇਨ ਬੈਠੇ ਸੁੱਤੇ ਦਾ ਮਤਲਬ ਹੈ ਚੰਗੀ ਭਲੀ ਪ੍ਰਜਾ ਘਰਾਂ ਵੀ ਸੁੱਤੀ ਏ। ਇੰਨਾ ਕੁ ਜ਼ਾਲਮ ਬਾਦਸ਼ਾਹ ਹੈ, ਰਾਤ ਨੂੰ ਪ੍ਰਜਾ ਸੁੱਤੀ ਹੋਈ ਨੂੰ ਉਠਾ ਉਠਾ ਕੇ ਉਹਨਾਂ ਤੇ ਤਸ਼ੱਦਦ ਕਰੀ ਜਾਂਦਾ। ਰਾਜੇ ਸ਼ੀਂਹ ਤੇ ਇਤਿਹਾਸ ਆਪਣੇ ਆਪ ਨੂੰ ਰਿਪੀਟ ਕਰਦਾ ਹੈ। ਮੈਂ ਅਰਜ਼ ਕਰਾਂਗਾ ਰਾਜੇ ਕਿਉਂ ਜਿਹੇ ਨੇ ਜ਼ੁਲਮੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ, ਨਾਂਦਾ ਦਰ ਤੇ ਨਹੁੰ। ਉਹਨਾਂ ਦੇ ਜਿਹੜੇ ਸਿਪਾਹੀ ਨੇ ਉਹ ਨਹੁੰ ਬਣ ਕੇ ਲਿਆਉਂਦੇ ਨੇ ਘਰਾਂ ਵਿੱਚੋਂ ਪਕੜ ਕੇ ਜਵਾਨਾਂ ਨੂੰ। ਚਾਕਰ ਨਾਂਦਾ ਪਾਏ ਨਕਾਓ, ਤੇ ਜਿਹੜਾ ਬਾਦਸ਼ਾਹ ਉਹਨਾਂ ਦਾ ਖੂਨ, ਉਹਨਾਂ ਦਾ ਮਾਸ ਖਾਂਦਾ ਹੈ, ਤੇ ਜੇ ਕੁਝ ਬਾਕੀ ਬਚ ਜਾਏ ਪਹਿਲੀ ਗੱਲ ਰਾਤ ਜਗਾ ਕੇ ਜਵਾਨਾਂ ਨੂੰ ਮਾਰ ਦਿੰਦਾ ਹੈ। ਤੇ ਜੇ ਕੋਈ ਘਰ ਵਿੱਚ 4 ਟਕੇ ਬਚ ਜਾਣ, ਨੌਕਰਾਂ ਨੂੰ ਕਹਿੰਦਾ ਇਹਨਾਂ ਦੇ ਘਰ ਤੇ ਵੀ ਕਬਜ਼ਾ ਕਰਕੇ ਕੁਰਕੀ ਕਰ ਲੋ। ਸਾਹਿਬ ਕਹਿੰਦੇ ਤੂੰ ਤਾਂ ਉਹ ਰਾਜਾ ਹੈ ਜਿਹੜਾ ਸ਼ੇਰ ਮਾਸ ਆਪ ਖਾ ਗਿਆ, ਤੇ ਬਾਕੀ ਜੋ ਕੁਝ ਬਚ ਗਈ ਰੱਤ ਤੇ ਮਾਸ ਦੇ ਲੋਥੜੇ ਉਹ ਕੁੱਤਿਆਂ ਦੇ ਅੱਗੇ ਪਾ ਗਏ। ਚਾਕਰ ਨਾਂਦਾ ਪਾਏ ਨਕਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਕਮਾਲ ਦੀ ਸਤਿਗੁਰੂ ਨੇ ਉਦਾਹਰਨ ਲਈ। ਅਗਲਾ ਜਿਹੜਾ ਬਚਨ ਮੇਰੇ ਹਜ਼ੂਰ ਨੇ ਕੀਤਾ, ਕਹਿਣ ਲੱਗੇ ਹੱਦ ਹੋ ਗਈ। ਕਈ ਵਾਰੀ ਰਾਜੇ ਦੇ ਤਸ਼ੱਦਦ ਵਿੱਚ ਆਪਣੇ ਬੰਦੇ ਸਹਾਇਕ ਹੋ ਜਾਂਦੇ ਨੇ, ਜਿਹਨੂੰ ਅਸੀਂ ਸ਼ਬਦ ਆਮ ਤੌਰ ਤੇ ਗਦਾਰ ਵੀ ਸਾਡੇ ਲੋਕ ਵਰਤਦੇ ਨੇ। ਮੈਂ ਅਰਜ਼ ਕਰ ਰਿਹਾ ਕੋਈ ਵੀ ਸਮਰਾਟ ਹੋਵੇ, ਸਾਹਿਬ ਕਹਿੰਦੇ ਨੇ ਪੜ੍ਹੇ ਲਿਖੇ ਬੰਦੇ ਦਾ ਮਤਲਬ ਇਹ ਵੇ ਪ੍ਰਜਾ ਨੂੰ ਸੁੱਖ ਦੇ। ਪੜ੍ਹੇ ਦਾ ਮਤਲਬ ਇਹ ਨਹੀਂ ਕਿ ਰਾਜੇ ਨਾਲ ਸਾਂਝ ਪਾ ਕੇ ਆਪਣੀ ਪ੍ਰਜਾ ਨੂੰ ਬਰਬਾਦ ਕਰਨ ਤੇ ਤੁਲ ਪਏ। ਤੇ ਸਤਿਗੁਰੂ ਨੇ 2 ਉਦਾਹਰਨਾਂ ਦਿੱਤੀਆਂ ਬਾਣੀ ਵਿੱਚ। ਕਹਿਣ ਲੱਗੇ ਕਦੀ ਹਰਨ ਵੱਲ ਦੇਖੋ, ਉਹ ਵੀ ਪੜਿਆ ਹੋਇਆ, ਤੇ ਕਦੀ ਬਾਜ ਵੱਲ ਤੱਕੋ, ਇਹ ਵੀ ਪੜਿਆ ਹੋਇਆ। ਸ਼ਿਕਾਰੀ ਹਰਨ ਨੂੰ ਤੇ ਬਾਜ ਨੂੰ ਪੜ੍ਹਾਉਂਦੇ ਨੇ, ਸਿਖਾਉਂਦੇ ਨੇ। ਇਹ ਕਾਰਨ ਕਿ ਜਿਸ ਹਰਨ ਨੂੰ ਸ਼ਿਕਾਰੀ ਸਿਖਾ ਦਿੰਦਾ ਉਸ ਹਰਨ ਨੂੰ ਸ਼ਿਕਾਰੀ ਮਾਰਦਾ ਨਹੀਂ, ਉਹਨੂੰ ਆਪਣੇ ਵੱਲੋਂ ਕੀਮਤੀ ਤੋਂ ਕੀਮਤੀ ਪਦਾਰਥ ਵੀ ਉਹਦੇ ਅੱਗੇ ਰੱਖੇਗਾ ਖਾਣ ਨੂੰ। ਉਹਦਾ ਮਤਲਬ ਹੈ ਜਿਹਨੂੰ ਮੈਂ ਸਿਖਾਇਆ ਇਹਦੀ ਬਦੌਲਤ ਕਿੰਨਾ ਸ਼ਿਕਾਰ ਹੋਰ ਮੇਰੇ ਕੋਲ ਫੜਨੇ ਨੇ। ਸਾਹਿਬ ਕਹਿੰਦੇ ਨੇ ਜਿਹੜੇ ਸਿਖਾਏ ਹੋਏ ਹਰਨ ਨੇ ਨਾ, ਉਹ ਜੰਗਲ ਵੀ ਜਾਂਦੇ ਨੇ, ਆਪਣੇ ਸਾਥੀਆਂ ਨੂੰ ਡਾਰ ਬਣਾ ਕੇ ਪਿੱਛੇ ਲੈ ਆਉਂਦੇ ਨੇ। ਤੇ ਇੰਨੇ ਜ਼ਾਲਮ ਨੇ ਜਿੱਥੇ ਸ਼ਿਕਾਰੀ ਖਲੋਤਾ ਹੈ ਉਹਦੇ ਸਾਹਮਣੇ ਆਪਣੀ ਬਿਰਾਦਰੀ ਦੇ ਲੋਕਾਂ ਨੂੰ ਖੜਾ ਕਰਦੇ ਨੇ। ਸਿਖਾਏ ਹੋਏ ਤਾਂ ਸ਼ਿਕਾਰੀ ਦੇ ਕਮਰੇ ਘਰ ਵੀ ਚਲੇ ਜਾਂਦੇ ਨੇ, ਤੇ ਜਿਹੜੇ ਭੋਲੇ ਭਰੋਸਾ ਕਰਕੇ ਆ ਗਏ ਉਹਨਾਂ ਨੂੰ ਸ਼ਿਕਾਰੀ ਤੀਰ ਤੇ ਗੋਲੀ ਨਾਲ ਵਿੰਨ ਕੇ ਛੱਡ ਦਿੰਦਾ। ਕਮਾਲ ਸਾਹਿਬ ਨੇ ਕੀਤੀ। ਕਹਿਣ ਲੱਗੇ ਰਾਜਾ ਜ਼ੁਲਮੀ ਏ। ਅੱਗੇ ਜਿਹੜੇ ਪੜ੍ਹੇ ਹੋਏ ਨੇ ਉਹ ਆਪਣੀ ਪ੍ਰਜਾ ਦਾ ਭਲਾ ਨਹੀਂ ਸੋਚਦੇ, ਆਪਣੇ ਭਰਾਵਾਂ ਨੂੰ ਫੁਸਲਾ ਕੇ ਲਿਆਉਂਦੇ ਨੇ, ਤੇ ਰਾਜੇ ਦੇ ਸਾਹਮਣੇ ਉਹਨਾਂ ਨੂੰ ਮਰਵਾ ਕੇ ਆਪ ਰਾਜੇ ਦੇ ਘਰ ਵੀ ਜਾ ਬੈਠਦੇ ਨੇ। ਸਾਹਿਬ ਕਹਿੰਦੇ ਨੇ ਕਦੀ ਬਾਜ ਵੱਲ ਤੱਕ। ਬਾਜ ਅਸਮਾਨ ਵਿੱਚ ਉੱਡਣ ਵਾਲਾ ਪੰਛੀ ਏ। ਵੈਸੇ ਇਹ ਮਾਦਾ ਹੈ, ਬਾਜ ਉੱਡਣ ਵਾਲੀ ਪੰਛੀ ਏ, ਤੇ ਧਿਆਨ ਰੱਖਣਾ ਇਹ ਆਪਣੀ ਜਾਤ ਦੇ ਉੱਡਣ ਵਾਲੇ ਪੰਛੀਆਂ ਨੂੰ ਪਸੰਦ ਹੈ। ਬਟੇਰੇ, ਤਿੱਤਰ, ਮੁਰਗਾਬੀਆਂ, ਉਹਨਾਂ ਨੂੰ ਬਾਜ ਮਾਰਦਾ ਹੈ, ਉਹ ਵੀ ਉੱਡਦੇ ਨੇ, ਬਾਜ ਵੀ ਉੱਡਦਾ ਹੈ। ਪਰ ਹੈਰਾਨਗੀ ਦੀ ਬਾਤ ਆਪਣੇ ਵਰਗੇ ਉੱਡਣ ਵਾਲਿਆਂ ਨੂੰ ਮਾਰ ਕੇ ਸ਼ਿਕਾਰੀ ਦੇ ਪੈਰਾਂ ਵਿੱਚ ਸੱਟ ਦਿੰਦਾ ਹੈ। ਮੇਰੇ ਸਤਿਗੁਰੂ ਕਹਿੰਦੇ ਨੇ ਕੀ ਇਹਨਾਂ ਦੀ ਪੜ੍ਹਾਈ ਦਾ ਸਿਖਾਉਣ ਦਾ ਪੈਦਾ। ਹਰਨ ਵੀ ਸਿਖਾਇਆ ਹੋਇਆ ਆਪਣੇ ਮਰਵਾਉਂਦਾ ਹੈ, ਬਾਜ ਵੀ ਸਿਖਾਇਆ ਹੋਇਆ ਆਪਣੇ ਮਰਵਾਉਂਦਾ ਹੈ, ਤੇ ਜਿਹੜੇ ਅਹਿਲਕਾਰ ਖੁਸ਼ਾਮਦੀ ਹੋਣ ਉਹ ਵੀ ਰਾਜੇ ਨੂੰ ਖੁਸ਼ ਕਰ ਲਈ ਆਪਣਿਆਂ ਦੇ ਖੂਨ ਦੀ ਹੋਲੀ ਖੇਡ ਦਿੰਦੇ। ਸਾਹਿਬ ਨੇ ਬਚਨ ਕੀਤਾ ਜਿੱਥੇ ਕਿਹਾ ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਅਗਲਾ ਬਚਨੇ ਹਰਨਾ ਬਾਜਾਂ ਤੈ ਸਿਕਦਾਰਾਂ, ਇਹਨਾਂ ਪੜਿਆ ਨਾਉ। ਹਰਨਾ ਬਾਜਾਂ ਤੈ ਸਿਕਦਾਰਾਂ, ਸਿਕਦਾਰਾਂ ਦਰ ਤੇ ਚੌਧਰੀ ਜਿਹੜੇ ਕਿਸੇ ਨੂੰ ਖਤਮ ਕਰਾਉਣ ਦੀ ਖਾਤਰ ਆਪ ਜਗੀਰਾ ਲੈ ਲੈਂਦੇ। ਹਰਨਾ ਬਾਜਾਂ ਤੈ ਸਿਕਦਾਰਾਂ, ਇਹਨਾਂ ਪੜਿਆ ਨਾਉ। ਫਾਂਦੀ ਲੱਗੀ ਜਾਤ ਪਹਾਇਨ, ਇਹ ਜਦੋਂ ਮੌਕਾ ਮਿਲਦਾ ਆਪਣਿਆਂ ਨੂੰ ਫਸਾ ਦਿੰਦੇ ਨੇ। ਕਹਿਣ ਲੱਗੇ ਯਾਦ ਰੱਖੀ ਆਪਣਿਆਂ ਨੂੰ ਮਰਵਾਉਣ ਵਾਲਿਆ, ਤੈਨੂੰ ਇੱਥੇ ਵੀ ਕਦੀ ਸੁੱਖ ਨਹੀਂ, ਤੇ ਰੱਬ ਦੀ ਦਰਗਾਹ ਵਿੱਚ ਵੀ ਤੇਰੇ ਲਈ ਕਿਤੇ ਥਾਂ ਨਹੀਂ। ਫਾਂਦੀ ਲੱਗੀ ਜਾਤ ਪਹਾਇਨ, ਅੱਗੇ ਨਹੀਂ ਥਾਂ, ਰੱਬ ਦੀ ਹਜ਼ੂਰੀ ਵੀ ਥਾਂ ਨਹੀਂ। ਅੱਜ ਦਾ ਸ਼ਲੋਕ ਹੈ ਪੂਰਬਲੇ ਕਰਮਾਂ ਕਰਕੇ ਰਾਜ ਮਿਲਿਆ, ਦੁਨੀਆ ਤੇ ਜ਼ੁਲਮ ਕਰਨ ਵਾਲਿਆ ਕਿਤਨਾ ਸਮਾਂ ਤੂੰ ਦੁੱਖ ਭੋਗਦਾ ਰਹੇਗਾ। ਜਿਹੜਾ ਸਮਰਾਟ ਮੈਂ ਅਰਜ਼ ਕਰਾਂ ਆਪ ਦੁੱਖ ਪ੍ਰਜਾ ਨੂੰ ਦੇ, ਉਹਦੇ ਸਿਪਾਹੀ ਕਦੀ ਨਹੀਂ ਜੇ ਭਲਾ ਗੁਜ਼ਾਰਦੇ।
एक विद्वान ने बड़ा सोहना लिखिया है, वो कहता एक बाग है, जे राजा आप उतर के किसी दे बाग विचों धक्के नाल एक सेब तोड़ लियावे ना, ते तोड़े भी अपने सिपाहियां दे सामने, आप एक सेब तोड़ लियावे ते सिपाही घट नहीं गुजारनगे, राजे दी पिठ भवान दी देर है, वो जनता दे बाग नूं उखेड़ के ले आउणगे। राजा एक सेब तोड़ेगा ते सिपाही उस सारे बाग नूं बर्बाद कर देणगे। वो विद्वान लिखदा है, जे किते राजा एक आंडे नूं सामने तोड़दा है ते ओदे सिपाही पंछियां दे कबाब बना बना के उन्हां नूं सीखां ते रख के भुन के खा जाणगे। इहदा मतलब जे सम्राट आप जालम है ते ओदे सिपाही कदी कट नहीं जे गुजारदे। पर सतगुरु ने एक बचन कीता है बाणी विच, सिख नूं तरवास दिता है। जैतसरी की वार पढ़ने आ ते सलोक आउंदा है हजूर दी बाणी दा, कहण लगे ओ मान ना करी राज दा, ओ भलिया भावें तू स्वर्ग लोक दा भी राज कायम कर लें, सारी धरती नूं भी जित लें, दुनिया भर दे लोकां दे खून नाल तू हथ भी रंग लें, पर तेरा जीवन इस तरह है जिवें एक कोड़ी नूं सिर तो पैरां तक कोड़ दा रोग लगा होवे, कदी टेके नहीं बहिंदा। जुल्म करन वालिया तेरा अंदर कोड़ीए, तेनू रब दी दरगाह विच किते भी ढोई नहीं। साहिब दा बचन आउंदा, बसंत स्वर्ग लोका है, जे बसंत दर ते वसदा होवे स्वर्ग लोक है, स्वर्ग लोक अंदर जितते पृथ्वी नव खंडने, 9 खंड पृथ्वी नूं भी जित्या होवे, बिसरंत हर गोपाल है, जे ओनू रब भुल जाए, बिसरंत हर गोपाल है, नानक ते प्राणी उद्यान भरमने। साहब कहते ने कौतक कोड़ तमाशिया चित न आवश नाओ, जे नाम भुल के जुल्म करना, नानक कोड़ी नरक बराबरे उजड़ सोई थां। जेड़ा तू मान करके कहना मेरा सब कुछ, मेरा गुरु ग्रंथ साहिब कहता पौड़ी मां ध्यान उद्यान नगर कर मानिया, है एक भयानक जंगल, तू बादशाह इनू शहर समझी बैठा है। मां ध्यान उद्यान नगर कर मानिया, झूठ समगरी पेख सच कर जानिया, काम क्रोध अहंकार फिरें देवानिया, सिर लगा जम डंड इथे तां चमदियां चलाइयां, सिर लगा जम डंड तां पछतानिया, फिर आवाज आउंदी है बिन पूरे गुरदेव फिरै शैतानिया। नाम तो बिना शैतान बंदे जितना मर्जी जुल्म तू करी जाने, तेनू सुख नहीं। साहिब कहंदे ने चिरंकाल दुख भोगते। आसा दी वार पढ़ने हैं, हजूर दी एक पौड़ी दा पाठ करदे, साहिब ने कमाल दे बचन कीते। पढ़ने कपड़ रूप सुहावना छड़ दुनिया अंदर जावना, मंदा चंगा अपना आपे ही कीता पावना। अगे आउंदा हुक्म कीए मन भावदे, संसार विच अपनी मन मर्जी दीयां गल्लां मनवाईयां ने, हुक्म कीए मन भावदे, पर जदों दुनिया छड्ड के जाना राह भीड़ा अगे जावना। इत्थे सम्राट कोल पता नहीं किन्नियां कु पोशाकां सन, ते जिदन ओदी दरगाह नूं तुरिया ते बाबा कहंदा ओही जे बादशाह नंगा दोजख चालिया, तां दिसै खरा डरावना, फिर कहंदा कर अवगण पछोतावना। सतगुरु की आसा दी वार जदों पढ़ने आ, इहदी एक दूसरी पौड़ी आउंदी है। मैं सिर्फ बाणी विच अजे अर्ज कर रहा कि जेड़ा सम्राट जुल्म करदा है, रब दी दरगाह विच ढोई नहीं। हजूर ने बचन कीता, वड्डा होवा दुनीदार। आरंभ हुंदी है पौड़ी, आपी ने भोग भोग कै होए भस्मड़ भौर सधाया, वड्डा होवा दुनीदार गल संगल कत चलाया। बड़ा वड्डा सम्राट सी, ते जदों रब दी दरगाह विच गया पुछया की कीते, कहन लगा इन्ने बंदे मारे, इन्ने मैं बंदे वड्डे, इन्ने मैं लोकां दे घर तबाह कीते। ते रब ने कहा फिर हुण सजना बह जा मेरे कोल, चेते रखी तू तां बेइंसाफी कीती, तू तां इंसाफ किसे नूं नहीं दिता, जेड़ा मिलिया तू ओनू अग दे भट्ठ विच सड़ दिता, पर मेरे घर विच बेइंसाफी नहीं। मैं तेरे कर्मां दा चिट्ठा फोलना वा, जितने तू माड़े कर्म कीते ने, जिथे मैं गलत होवां मैनू दसी, नहीं ते तैयार हो जो कुछ कीता ही तेनू इहदी सजा जरूर मिलेगी। कमाल दे बचन हजूर ने कहे, ओदी दरगाह विच बेइंसाफी नहीं। कहन लगे वड्डा होवा दुनीदार गल संगल घट चलाया, अगे करनी कीरत बच गए, बह लेखा कर समझाया। धक्का नहीं, बह लेखा कर समझाया। एदा मतलब ओनू पूरा सोचण दा मौका दिता है कि जेड़ा दोष तेरे ते लग रहा है ये किते झूठ तां नहीं, चंगी तरह अपने मन विच समझ लै जेड़ा दोष तेरे ते लगा ये सच है झूठ नहीं। बह लेखा कर समझाया,
ਸਮਝਾਇਆ ਦਾ ਮਤਲਬ ਹੈ ਤਸ਼ੱਦਦ ਨਹੀਂ, ਧੱਕਾ ਨਹੀਂ। ਜੋ ਕੋਈ ਤੂੰ ਕੀਤਾ ਮੈਂ ਤੈਨੂੰ ਦੱਸਣਾ ਪਿਆ ਵਾਂ, ਬੈ ਲੇਖਾ ਕਰ ਸਮਝਾਇਆ। ਫਿਰ ਸਾਹਿਬ ਕਹਿਣ ਲੱਗੇ ਹੁਣ ਥਾਂ ਨਾ ਹੋਵੀ ਪਾਉਂਦਈ। ਪਾਉਂਦਈ ਦਾ ਅਰਥ ਹੁੰਦਾ ਜੁੱਤੀਆਂ ਪੈਣੀਆਂ। ਹੁਣ ਇੰਨੀ ਕੁ ਮਾਰ ਪੈਂਦੀ ਹੈ, ਥਾਂ ਨਹੀਂ ਮਿਲਦੀ, ਹੁਣ ਥਾਂ ਨਾ ਹੋਵੀ ਪਾਉਂਦਈ। ਸਾਹਿਬ ਕਹਿਣ ਲੱਗੇ ਫਿਰ ਹੁੰਦਾ ਕੀ, ਹੁਣ ਸੁਣੀਏ ਕਿਆ ਰਵਾਇਆ। ਅਖੀਰ ਤੇ ਕਹਿੰਦਾ ਮਨ ਅੰਧੇ ਜਨਮ ਗਵਾਇਆ, ਨਾਨਕ ਚਿਰੰਕਾਲ ਦੁੱਖ ਭੋਗਤੇ। ਕਹਿੰਦਾ ਜਨਮ ਬਿਰਥ ਗਵਾ ਕੇ ਚੱਲਿਆ। ਸਤਿਗੁਰੂ ਕੀ ਬਾਣੀ ਵਿੱਚ ਹਜ਼ੂਰ ਨੇ ਬੜੇ ਕਮਾਲ ਦੇ ਬਚਨ ਕਹੇ ਨੇ। ਚੇਤੇ ਰੱਖਣਾ, ਜਦੋਂ ਵੀ ਕਿਤੇ ਲੋਕ ਹਥਿਆਰ ਚੁੱਕਦੇ ਨੇ ਨਾ, ਐਵੇਂ ਨਹੀਂ ਚੁੱਕਿਆ ਜਾਂਦਾ, ਕੋਈ ਕਾਰਨ ਹੁੰਦਾ ਹੈ। ਪਰਜਾ ਨੂੰ ਕੋਈ ਜ਼ੁਲਮ ਤਸ਼ੱਦਦ ਵਿੱਚ ਦੀ ਕਹਾਣੀ ਵਿੱਚ ਪੀੜਦਾ ਹੈ, ਉਦੋਂ ਫਿਰ ਲੋਕ ਕਹਿੰਦੇ ਨੇ ਮਰਨਾ ਤੇ ਹੈ, ਤੇ ਫਿਰ ਸਾਹਮਣੇ ਹੋ ਕੇ ਕਿਉਂ ਨਾ ਮਰੀਏ, ਦੋ ਹੱਥ ਕਰਕੇ। ਆ ਸਤਿਗੁਰੂ ਦਾ ਜ਼ਫਰਨਾਮਾ ਪੜ੍ਹਨੇ ਆ ਨਾ, ਪਹਿਲਾਂ ਤੇ ਹਜ਼ੂਰ ਨੇ ਪਰਮੇਸ਼ਵਰ ਦੀ ਉਸਤਤ ਕੀਤੀ ਹੈ, ਕਮਾਲ ਏ ਕਰਾਮਾਤ ਕਾਇਮ ਕਰੀਮ। ਅਖੀਰ ਤੇ ਜਦੋਂ ਫਿਰ ਦਾਸਤਾਨ ਆਰੰਭ ਕੀਤੀ ਨਾ, ਬੜੇ ਕਮਾਲ ਦੀ ਗੱਲ ਕੀ ਕਹਿਣ ਲੱਗੇ, ਔਰੰਗਜ਼ੇਬ ਮੈਂ ਨਹੀਂ ਸਾਂ ਚਾਹੁੰਦਾ ਕਿ ਖੂਨ ਦੀਆਂ ਨਦੀਆਂ ਵਗਣ। ਇਨਸਾਫ ਪਸੰਦ ਬੰਦਾ, ਅਮਨ ਪਸੰਦ ਬੰਦਾ ਕਦੀ ਵੀ ਧੱਕਾ ਨਹੀਂ ਕਰਦਾ। ਹਜ਼ੂਰ ਨੇ ਕਮਾਲ ਦੀ ਗੱਲ ਕੀ ਕਹਿਣ ਲੱਗੇ, ਔਰੰਗਜ਼ੇਬ ਮੈਂ ਨਹੀਂ ਸਾਂ ਚਾਹੁੰਦਾ ਕਿ ਮੈਂ ਇੱਥੇ ਖੂਨ ਦੀਆਂ ਨਦੀਆਂ ਵਗਾ ਦਿਆਂ ਚਮਕੌਰ ਦੀ ਗੜੀ ਵਿੱਚ, ਪਰ ਮੈਨੂੰ ਅਫਸੋਸ, ਉਹ ਤੂੰ ਬਾਦਸ਼ਾਹ ਹੈ, ਤੂੰ ਸਮਰਾਟ ਹੈ, ਤੂੰ ਸੋਚਿਆ ਨਾ ਕਿ ਇੱਕ ਪਾਸੇ ਕਈ ਦਿਨਾਂ ਦੇ 40 ਭੁੱਖੇ ਭਾਣੇ ਨੇ, ਦੂਜੇ ਪਾਸੇ 10 ਲੱਖ ਦਾ ਤੂੰ ਕਟਕ ਲੈ ਕੇ ਆ ਗਿਓ। ਉਹ 40 ਭੁੱਖੇ ਭਾਣਿਆਂ ਨੂੰ ਘੇਰ ਕੇ ਮਾਰਨ ਆਇਓ। ਮੇਰਾ ਦਿਲ ਨਹੀਂ ਸੀ ਕਰਦਾ ਮੈਂ ਕਿਰਪਾਨ ਚੁੱਕਾਂ, ਮੈਨੂੰ ਮਜਬੂਰ ਹੋ ਕੇ ਮੈਦਾਨੇ ਜੰਗ ਵਿੱਚ ਕਿਰਪਾਨ ਆ ਕੇ ਚਲਾਣੀ ਪਈ। ਸਾਹਿਬ ਨੇ ਕਿਹਾ, ਕਹਿਣ ਲੱਗੇ ਗੁਰਸਨਾ ਚੇ ਕਾਰੇ ਕੁਨਦ ਚੇਹਲ ਨਰ। ਗੁਰਸਨਾ ਦਰ ਤੇ ਭੁੱਖੇ, ਗੁਰਸਨਾ ਚੇ ਕਾਰੇ ਕੀ ਕਰਦੇ ਭੁੱਖੇ, ਚੇਹਲ ਨਰ ਦਰ ਤੇ 40 ਮਨੁੱਖ। ਗੁਰਸਨਾ ਚੇ ਕਾਰੇ ਕੁਨਦ ਚੇਹਲ ਨਰ ਕੇ 10 ਲੱਖ ਬਰਾਇਤ ਬਰੋ ਬੇਖਬਰ। 10 ਲੱਖ ਦਰ ਤੇ 10 ਲੱਖ ਬਰਾਇਤ ਬਰੋ ਬੇਖਬਰ। ਕੀ ਕਰਦੇ ਮੇਰੇ ਭੁੱਖੇ 40 ਸਿੱਖ, ਤੇਰੀ 10 ਲੱਖ ਦੀ ਫੌਜ ਮੇਰੇ ਪੁੱਤਰਾਂ ਨੂੰ ਕੌਣ ਆ ਗਈ। ਫਿਰ ਸਾਹਿਬ ਨੇ ਅਗਲੇ ਜਿਹੜੀ ਗੱਲ ਕਹੀ, ਤੂੰ ਜ਼ੁਲਮ ਦੀ ਹੱਦ ਕੀਤੀ, ਬਾਲ ਚਾਰਗੀ ਦਰਮਿਆ ਆਮਦਨ। ਅਗਲਾ ਸ਼ੇਰ ਬਾਲ ਚਾਰਗੀ, ਇਹਦਾ ਅਰਥ ਮੈਨੂੰ ਮਜਬੂਰ ਹੋਣਾ ਪਿਆ ਮੈਦਾਨੇ ਜੰਗ ਵਿੱਚ ਉਤਰ ਲਈ। ਮੈਂ ਨਹੀਂ ਸਾਂ ਚਾਹੁੰਦਾ ਖੂਨ ਦੀਆਂ ਨਦੀਆਂ ਵਗਣ, ਪਰ ਤੇਰੇ ਬੇਇਨਸਾਫੀ ਨੇ ਮੈਨੂੰ ਕਿਰਪਾਨ ਤੇ ਹੱਥ ਪਾਉਣ ਲਈ ਮਜਬੂਰ ਕਰ ਦਿੱਤਾ। ਬਾਲ ਚਾਰਗੀ ਦਰਮਿਆ ਆਮਦਨ, ਕਹਿਣ ਲੱਗੇ ਬਾਤ ਤਦਬੀਰੇ ਤੀਰੋ ਤੁਫੰਗ ਆਮਦਨ। ਫਿਰ ਮੈਂ ਤੀਰਾਂ ਤੇ ਗੋਲੀਆਂ ਨੂੰ ਉਤਰਿਆ। ਕਹਿਣ ਲੱਗੇ ਔਰੰਗਜ਼ੇਬ ਲੋਕ ਕਹਿਣਗੇ ਹੈ ਤਾਂ ਦੁਨੀਆ ਦਾ ਰਹਿਬਰ, ਤੇ ਹੱਥ ਵਿੱਚ ਕਿਰਪਾਨ ਪਕੜ ਕੇ ਲੋਕਾਂ ਨੂੰ ਵੱਢਣ ਤੁਰਿਆ। ਕਹਿਣ ਲੱਗੇ ਅਸਲੀਅਤੀ ਮੈਂ ਲਾਚਾਰ ਹੋ ਗਿਆ ਜਦੋਂ ਸਾਰੇ ਹੀਲੇ ਠੱਪ ਗਏ। ਅਖੀਰ ਦਾ ਹੀਲਾ ਸੀ ਕਸਮ ਚੁੱਕਣੀ। ਤੂੰ ਕੁਰਾਨ ਦੀ ਕਸਮ ਵੀ ਚੁੱਕ ਕੇ ਮੁਕਰਿਓ। ਮੈਂ ਧਰਮੀ ਸਾਂ, ਮੈਂ ਧਰਮੀ ਹੋਣ ਦੇ ਨਾਤੇ ਤੇਰੇ ਧਰਮ ਤੇ ਭਰੋਸਾ ਕੀਤਾ। ਜਦੋਂ ਕੁਰਾਨ ਦੀ ਕਸਮ ਖਾ ਕੇ ਮੇਰੇ 40 ਨੂੰ ਮਾਰਨ ਆਇਓ, ਫਿਰ ਚੂਕਾਰ ਅਦ ਹਮਾ ਹੀਲ ਤੇ ਦਰ ਗੁਜਸ ਹਲਾਲ ਅਸ ਬੁਰਦਨ ਬਾਦ ਸ਼ਮਸ਼ੀਰ ਦਸ। ਇਹ ਤੋਂ ਅਗਲਾ ਸ਼ੇਰ ਕਹਿੰਦੇ ਫਿਰ ਮੈਂ ਤਿਆਰ ਹੋਇਆ ਤੇਰੇ ਨਾਲ ਜੰਗ ਲੜਨ ਲਈ। ਚੇਤੇ ਰੱਖਿਓ, ਜਿਹੜਾ ਬੰਦਾ ਸੋਚਦਾ ਹੈ ਨਾ ਮੈਂ ਜ਼ੁਲਮ ਕਰਨਾ ਵਾ, ਖਤਮ ਕਰ ਦਿਆਂਗਾ ਸਭ ਕੁਝ, ਉਹਦੇ ਮਨ ਦਾ ਭੁਲੇਖਾ ਜੇ। ਉਤਰਾ ਚੜਾ ਆਉਂਦੇ ਨੇ, ਪਰ ਯਾਦ ਰੱਖਣਾ ਜ਼ੁਲਮ ਕੋਈ ਵੀ ਕਰੇ, ਭਾਵੇਂ ਕੋਈ ਸਿੱਖੀ ਦੇ ਬਾਣੇ ਵਿੱਚ ਕਰੇ, ਭਾਵੇਂ ਕੋਈ ਮੁਸਲਮਾਨ ਦੇ ਬਾਣੇ ਵਿੱਚ ਕਰੇ, ਮੇਰੇ ਬਾਬੇ ਨੂੰ ਜ਼ੁਲਮ ਪਾਉਂਦਾ ਨਹੀਂ। ਸਤਿਗੁਰੂ ਜ਼ੁਲਮ ਨਾਲ ਟੱਕਰ ਜ਼ਰੂਰ ਲਈ। ਹਜ਼ੂਰ ਨੇ ਬੜੇ ਕਮਾਲ ਦੀ ਗੱਲ ਕਹੀ। ਜਦੋਂ 4 ਪੁੱਤਰ ਸ਼ਹੀਦ ਹੋ ਗਏ ਨਾ, ਤੇ ਗੱਲ ਕੀ ਕਹਿਣ ਲੱਗੇ, ਔਰੰਗਜ਼ੇਬ ਤੇਰੀ ਬੇਇਨਸਾਫੀ ਨਾਲ ਮੈਂ ਕਿਰਪਾਨ ਚੁੱਕੀ। ਕੀ ਹੋਇਆ, ਮੇਰੇ 4 ਪੁੱਤਰ ਖੋ ਦਿੱਤੇ, 2 ਤੂੰ ਮੈਦਾਨੇ ਜੰਗ ਚਮਕੌਰ ਦੀ ਗੜੀ ਵਿੱਚ ਰੱਖ ਦਿੱਤੇ, 2 ਤੂੰ ਸਰਹੰਦ ਦੀਆਂ ਨੀਹਾਂ ਵਿੱਚ ਰੱਖ ਦਿੱਤੇ। ਪਰ ਇੱਕ ਗੱਲ ਚੇਤੇ ਰੱਖੀ, ਤੂੰ ਮਾਨ ਨਾਲ ਕਹਿਣਾ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਤਬਾਹ ਕਰ ਦਿੱਤਾ। ਮੇਰੇ 4 ਪੁੱਤਰਾਂ ਨੂੰ ਮਾਰ ਕੇ ਖਾਮੋਸ਼ ਹੋਣ ਵਾਲੇ ਅਜੇ ਤਾਂ ਕੁੰਡਲੀਆ ਸੱਪ ਖਾਲਸਾ ਬੈਠਾ ਹੈ, ਜਿਹਦੇ ਇੱਕ ਡੰਗ ਨੇ ਤੇਰੀ ਸਲਤਨਤ ਨੂੰ ਤਬਾਹ ਕਰਕੇ ਰੱਖ ਦੇਣਾ। ਸਤਿਗੁਰੂ ਨੇ ਤੇ ਬਚਨ ਕਿਹਾ, ਚਿਆ ਸ਼ੁੱਧ। ਕੀ ਹੋਇਆ, ਚਿਆ ਸ਼ੁੱਧ ਕੇ ਚੂੰ ਬਚਗਾ ਕੁਛ ਤੈਂ 4। ਕੀ ਹੋਇਆ, ਮੇਰੇ 4 ਪੁੱਤਰ ਤੂੰ ਕੋਹ ਕੇ ਮਾਰ ਦਿੱਤੇ ਕਿ ਬਾਕੀ ਬੇਮਾਦਸਤ। ਬੇਮਾਦਸਤ ਅਰਥ ਹੁੰਦਾ ਕੁੰਡਲੀ ਮਾਰ ਕੇ ਬਹਿਣਾ, ਕਿ ਬਾਕੀ ਬੇਮਾਦਸਤ ਪੇਚੀ ਦਾ ਮਾਰ। ਚੇਤੇ ਰੱਖੀ, ਅਜੇ ਕੁੰਡਲੀਆ ਸਭ ਬੈਠਾ ਹੈ ਜਿਹੜਾ ਤੇਰੇ ਨਾਲ ਆ ਕੇ ਟੱਕਰ ਲਏਗਾ। ਸਤਿਗੁਰੂ ਕਹਿੰਦਾ ਰਾਜ ਦਾ ਮਾਨ ਨਹੀਂ। ਤੇ ਚੇਤੇ ਰੱਖਿਓ, ਕੱਲੇ ਸਿਪਾਹੀ ਨਾਲ ਵੀ ਗੱਲ ਨਹੀਂ ਜੇ ਬਣਦੀ। ਹੁਣ ਬਾਣੀ ਤੇ ਪੜ੍ਹੇ ਨਾ,
ਤੇ ਵੱਡਾ ਬਰਸ਼ਾ ਫੜ ਕੇ ਲੋਕਾਂ ਨੂੰ ਡਰਾਈ ਜੇ ਅਸੀਂ ਖਾਲਸੇ ਹੁੰਨੇ ਆ ਜੀ। ਉਹ ਭਲਿਓ ਖਾਲਸਿਆਂ ਵਾਲੇ ਗੁਣ ਪਹਿਲਾਂ ਧਾਰਨ ਕਰੋ। ਜੇ ਅੰਦਰੋਂ ਨਾਮ ਦੀ ਫੁਹਾਰ ਚੱਲਦੀ ਏ ਤੇ ਤੇਰੀ ਕਿਰਪਾਨ ਵੀ ਕਿਸੇ ਦਾ ਭਲਾ ਕਰੇਗੀ। ਜੇ ਅੰਦਰ ਨਾਮ ਨਹੀਂ, ਗੁਰੂ ਦੀ ਕਿਰਪਾ ਨਹੀਂ, ਤੇ ਬਾਹਰ ਦਾ ਭੇਖ ਬਿਲਕੁਲ ਪਰਵਾਹ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਨਹੀਂ ਕਿਹਾ ਸ਼ੁੱਧ ਸਿਪਾਹ ਦੁਰੰਤ ਦਬਾਸੋ ਸਾਜ ਸੁਨਾ ਦੁਰਜਾਨ ਦਲਾਂਗੇ। ਭਾਰੀ ਗੁਮਾਨ ਭਰੈ ਮਨ ਮੈਂ ਕਰ ਪਰਬਤ ਪੰਖ ਹਲਾਏ ਨਾ ਹਲਾएंगे। ਤੋਰ ਅਰੀਨ ਮਰੋੜ ਮਮਾਸਨ ਮਾਤੇ ਮਤੰਗਨ ਮਾਨ ਮਲਾएंगे। ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ। ਕੱਲੀ ਸੁਰਮਤਾ ਦੀ ਗੱਲ ਹੁੰਦੀ। ਹਜ਼ੂਰ ਕਹਿੰਦਾ ਇਹੋ ਜਿਹੇ ਸੂਰਮੇ ਜਿਹੜੇ ਪਹਾੜਾਂ ਨੂੰ ਹਿਲਾ ਦੇਣ, ਤੇ ਜੇ ਅੰਦਰ ਵਾਹਿਗੁਰੂ ਦੀ ਕਿਰਪਾ ਨਹੀਂ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ। ਦਿਵਾਲੀਆ ਹੋ ਕੇ ਜਾਏਗਾ, ਤੇਰੀ ਬਹਾਦਰੀ ਨੂੰ ਕਿਸੇ ਨਹੀਂ ਮੰਨਣਾ। ਸਤਿਗੁਰੂ ਨੇ ਕਿਰਪਾ ਕੀਤੀ। ਰਾਜਾ ਜ਼ੁਲਮ ਜਿਤਨਾ ਮਰਜ਼ੀ ਕਰੇ। ਆ ਜਦੋਂ ਸਵਈਏ ਸੀ ਪੜ੍ਹਨੇ ਆ ਨਾ, ਹਜ਼ੂਰ ਨੇ ਇਹੋ ਜਿਹੇ ਰਾਜਿਆਂ ਨੂੰ ਬੜੀ ਚੰਗੀ ਤਰ੍ਹਾਂ ਅੱਗੇ ਹੋ ਕੇ ਉਪਦੇਸ਼ ਦਿੱਤਾ। ਕਹਿਣ ਲੱਗੇ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਰਦੰਗ ਨਗਾਰੇ। ਬੜੇ ਦੇਸ਼ ਜਿੱਤ ਕੇ ਆਏ। ਜਦੋਂ ਜਿੱਤ ਕੇ ਉਹਨਾਂ ਢੋਲ ਵੱਜਦੇ ਨੇ, ਮਰਦੰਗ ਵੱਜਦੇ ਨੇ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਰਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ। ਤੇਰੇ ਤਬੇਲਿਆਂ ਵਿੱਚ ਘੋੜੇ ਹਿਣਕਦੇ ਨੇ, ਪਰ ਮਾਣ ਕਰਨ ਵਾਲਿਆ, ਮਰਦੰਗ ਵਜਾਣ ਵਾਲਿਆ, ਮੇਰੀ ਇੱਕ ਗੱਲ ਸੁਣ ਲਈ। ਤੇਰੇ ਤੋਂ ਪਹਿਲਾਂ ਬੜੇ ਤੇ ਹੋਏ ਨਹੀਂ, ਤੇਰੇ ਤੋਂ ਬਾਅਦ ਵੀ ਹੋਣੇ ਨੇ। ਹੁਣ ਵੀ ਤੇਰੇ ਵਰਗੇ ਆਕੜ ਕੇ ਤੁਰਦੇ ਫਿਰਦੇ ਨੇ, ਤੇ ਨਾਮ ਤੋਂ ਬਿਨਾ ਉਹ ਧੱਕੀ ਖਾਂਦੇ ਪਏ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ। ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ। ਅੰਤ ਕੋ ਦਾ ਅਰਥ ਹੈ ਅੰਤ ਵੇਲੇ, ਅੰਤ ਕੇ ਧਾਮ ਸੁਧਾਰੇ। ਜਮਦੂਤਾਂ ਦੇ ਘਰ ਨੂੰ ਚਲੇ ਗਏ। ਹਾਂ, ਜੇ ਰਾਜ ਕਰਨ ਦੀ ਜਾਚ ਸਿੱਖਣੀ ਹੈ ਨਾ, ਚੇਤੇ ਰੱਖਣਾ, ਮੈਂ ਅਰਜ਼ ਕਰਨੀ ਚਾਹਨਾ, ਜੇ ਕਿਸੇ ਅੰਦਰ ਧਰਮ ਹੈ ਨਾ, ਉਹਦਾ ਰਾਜ ਵੀ ਬੜਾ ਕਮਾਲ ਦਾ ਹੈ। ਆ ਸ਼ੇਰੇ ਪੰਜਾਬ ਦਾ ਰਾਜ ਜਦੋਂ ਅਸੀਂ ਪੜ੍ਹਨੇ ਆ, ਰਹਿਣਾ ਤੇ ਕਿਸੇ ਨਹੀਂ। ਸ਼ਾਹ ਮੁਹੰਮਦ ਨੇ ਜਦੋਂ ਜੰਗਨਾਮਾ ਲਿਖਿਆ ਨਾ, ਉਹਨੇ ਜਿਹੜੇ 2 ਕੁ ਪਹਿਲੇ ਬੰਦ ਲਿਖੇ, ਕਮਾਲ ਕਰ ਦਿੱਤੀ। ਉਹ ਪਹਿਲਾਂ ਲਿਖਦਾ ਹੈ, ਕਹਿੰਦਾ ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ। ਬੜੀ ਤਾਕਤ ਵਾਲੇ ਆਏ ਨੇ। ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ। ਸ਼ਹਿਦਾਦ ਫੈਰੂਨ ਨਮਰੂਦ ਜਾਏ, ਦਾਵਾ ਬਨ ਖੁਦਾਏ ਕਹਾਏ ਗਏ। ਅਕਬਰ ਸ਼ਾਹ ਜਾਏ ਵਿੱਚ ਦਿੱਲੀ, ਫੇਰੀ ਵਾਂਗ ਬਣ ਜਾ ਰਿਆਂ ਪਾਏ ਗਏ। ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਇਸ ਤੋਂ ਅੱਗੇ ਉਹਨੇ ਜਿਹੜੀ ਗੱਲ ਕਹੀ ਨਾ, ਅੰਦਰ ਨੂੰ ਧੂ ਪਾ ਦਿੰਦੀ ਏ। ਉਹ ਕਹਿੰਦਾ ਮੈਂ ਦੇਖਿਆ ਸ਼ੇਰੇ ਪੰਜਾਬ ਦੇ ਰਾਜ ਨੂੰ। ਕਮਾਲ ਦੀ ਗੱਲ ਉਹ ਲਿਖਦਾ ਹੈ, ਮਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਉਹਨੇ ਕਮਾਲ ਦੀ ਗੱਲ ਕੀ, ਮੈਂ ਅਰਜ਼ਨ ਕਰ ਲੱਗਾ, ਰਾਜਾ ਕਿਹੋ ਜਿਹਾ ਹੋਵੇ। ਮਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਮੁਲਤਾਨ ਕਸ਼ਮੀਰ ਪਿਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਵਾਏ ਗਿਆ। ਕਹਿਣ ਲੱਗੇ ਯਾਦ ਰੱਖੀ ਲਦਾਖ ਚੀਨ ਤਾਈਂ ਹੋਰ ਦੇਸ਼, ਸਿੱਕਾ ਆਪਣੇ ਨਾਮ ਦਾ ਚਲਾ ਗਿਆ। ਸ਼ਾਹ ਮੁਹੰਮਦਾ ਜਾਨ 50 ਵਰਸ਼ਾਂ, ਚੰਗਾ ਰੱਜ ਕੇ ਰਾਜ ਕਮਾਏ ਗਏ। ਕਹਿੰਦਾ ਵੀ ਕਮਾਲ ਕਰ ਗਿਆ। ਜਦੋਂ ਉਹਦੀ ਮੈਂ ਲਿਖਤ ਪੜ੍ਹੀ ਨਾ, ਤੇ ਮਨ ਵਿੱਚ ਆਇਆ ਵੀ ਇਹਨੇ ਚੰਗਾ ਰਾਜ ਕਿਵੇਂ ਕਮਾਇਆ। ਚੇਤੇ ਰੱਖਿਓ 50 ਸਾਲ ਉਹਦਾ ਰਾਜ ਕਾਇਮ ਰਿਹਾ। 50 ਸਾਲ ਦੇ ਰਾਜ ਵਿੱਚ ਕਿਸੇ ਵੀ ਬੰਦੇ ਨੂੰ ਫਾਂਸੀ ਨਹੀਂ, ਕਿਸੇ ਬੰਦੇ ਨੂੰ ਫਾਂਸੀ ਨਹੀਂ। 50 ਸਾਲ ਦੇ ਰਾਜ ਵਿੱਚ ਨਾ ਕੋਈ ਮੰਦਿਰ ਢੱਠਾ ਹੈ, ਨਾ ਕੋਈ ਮਸਜਿਦ ਢੱਠੀ ਹੈ। ਇਹ ਜ਼ਰੂਰ ਹੈ ਕਿ ਹਿੰਦੁਸਤਾਨ ਦੀ ਧਰਤੀ ਤੇ ਜਦੋਂ ਕਿਸੇ ਨੇ ਇਸਲਾਮ ਦੀ ਗੱਲ ਕੀਤੀ, ਉਦੋਂ ਮੰਦਿਰ ਢਾਏ ਗਏ, ਤੇ ਜਦੋਂ ਕੋਈ ਆਪਣੇ ਜ਼ੋਰ ਵਿੱਚ ਆਇਆ ਉਦੋਂ ਮਸੀਤਾਂ ਢਾ ਦਿੱਤੀਆਂ। ਤੇ ਜਦੋਂ ਖਾਲਸੇ ਨੇ ਰਾਜ ਕੀਤਾ, ਮੰਦਿਰ ਮਸੀਤਾਂ ਬਣੇ ਜ਼ਰੂਰ, ਪਰ ਢਾਣ ਦੀ ਜ਼ਰੂਰਤ ਕਿਸੇ ਦੀ ਨਹੀਂ ਪਈ। ਉਹਦਾ ਰਾਜ ਕਿਹੋ ਜਿਹਾ ਸੀ। ਇੱਕ ਕਿਤਾਬ ਲਿਖੀ ਹੈ ਫਕੀਰ ਵਾਹਉਦੀਨ ਨੇ। ਸ਼ੇਰੇ ਪੰਜਾਬ ਦਾ ਵਿਦੇਸ਼ ਮੰਤਰੀ ਹੋਇਆ ਫਕੀਰ ਅਜ਼ੀਜ਼ੁਦੀਨ, ਉਹਦੀ ਕੁੱਲ ਵਿੱਚੋਂ ਹੋਇਆ ਫਕੀਰ ਵਾਹਉਦੀਨ। ਉਹਨੇ ਕਿਤਾਬ ਲਿਖੀ ਹੈ, ਪਾਕਿਸਤਾਨ ਦਾ ਉਹ ਲਿਖਾਰੀ ਹੈ। ਉਹਨੇ ਲਿਖੀ ਹੈ, ਉਹਦੀ ਅੰਸ਼ ਵਿੱਚੋਂ ਹੈ। ਉਹ ਲਿਖਦਾ ਵੀ ਜੋ ਕੁਝ ਮੈਂ ਲਿਖਣ ਲੱਗਾ ਨਾ, ਕਿਤਾਬ ਦਾ ਨਾਂ ਹੈ ਸ਼ੇਰੇ ਪੰਜਾਬ ਦਾ ਅਸਲੀ ਰੂਪ, ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਰੂਪ। ਰਾਜ ਕਿਹੋ ਜਿਹਾ ਚਾਹੀਦਾ। ਕਹਿੰਦਾ ਹੈ ਕਿ ਮੇਰੇ ਬਜ਼ੁਰਗਾਂ ਦੇ ਪੁਰਾਣੇ ਕਾਗਜ਼ਾਤ ਜਿਹੜੇ ਮਿਲੇ ਨੇ, ਉਹਨਾਂ ਵਿੱਚੋਂ ਜੋ ਕੁਝ ਮੈਂ ਮਿਲ ਲੱਭਾ ਤੇ ਮੈਂ ਤੁਹਾਡੇ ਸਾਹਮਣੇ ਕਹਿੰਦਾ ਪੇਸ਼ ਕਰਨਾ ਵਾ। ਉਹਦਾ ਜਿਹੜਾ ਪਹਿਲਾ ਚੈਪਟਰ ਹੈ ਨਾ, ਉਹਦਾ ਨਾਮ ਹੈ 4 ਰੱਬੀ ਹੁਕਮ। ਰਾਜ ਕਿਵੇਂ ਉਹਨੇ ਕਾਇਮ ਕੀਤਾ ਹੈ, ਉਹਦਾ ਕਹਿਣ ਦਾ ਢੰਗ ਹੈ। ਕਹਿੰਦਾ ਸ਼ੇਰੇ ਪੰਜਾਬ ਨੇ ਲਾਹੌਰ ਨੂੰ ਜਿੱਤਿਆ। ਜਦੋਂ ਰਾਜ ਕਾਇਮ ਹੋਇਆ, ਸੁਮਨ ਮੂਸਨ ਬੁਰਜ ਵਿੱਚ ਗਿਆ, ਕਿਲੇ ਅੰਦਰ ਗਿਆ,
ਤੇ ਕਹਿੰਦਾ ਉਹ ਲਿਖਦਾ ਕਿ ਕਿਲੇ ਦੇ ਅੰਦਰ ਹਨੇਰਾ ਸੀ, ਇੱਕ ਕਮਰੇ ਅੰਦਰ ਗਿਆ ਤੇ ਇੰਜ ਪ੍ਰਤੀਤ ਹੋਇਆ ਜਿਵੇਂ ਕੋਈ ਸ਼ੇਰ ਦੀ ਡਰਾਵਣੀ ਸ਼ਕਲ ਵਾਲਾ ਬੈਠਾ ਹੈ। ਮੈਂ ਅਰਜ਼ ਕਰ ਰਿਹਾ ਇਹ ਉਹਦੀ ਲਿਖਤ ਏ ਤੇ ਕਿੰਨੀ ਕੁ ਸਚਾਈ ਏ ਇਹ ਆਪਾਂ ਅੱਗੇ ਵਾਚਨੇ ਆ। ਉਹ ਕਹਿੰਦਾ ਅੰਦਰ ਗਿਆ, ਇੰਜ ਲੱਗਾ ਜਿਵੇਂ ਸ਼ੇਰ ਦੀ ਸ਼ਕਲ ਵਾਲਾ ਹੈ ਕੋਈ। ਸ਼ੇਰੇ ਪੰਜਾਬ ਥੋੜਾ ਜਿਹਾ ਦਹਿਲਿਆ ਤੇ ਪਰਤ ਕੇ ਜਦੋਂ ਫਿਰ ਤੱਕਿਆ ਕਿ ਕੀ ਦੇਖਦਾ, ਦੁੱਧ ਵਰਗਾ ਚਿੱਟਾ ਦਾੜ ਹੈ ਤੇ ਚਿੱਟੀ ਦਸਤਾਰ ਬੰਨੀ ਏ। ਆਵਾਜ਼ ਦੇ ਕੇ ਕਹਿੰਦਾ ਰਣਜੀਤ ਸਿੰਘਾ ਘਬਰਾ ਨਾ, ਤੂੰ ਅੱਗੇ ਆ, ਮੈਂ ਤੇਰੇ ਨਾਲ ਦੋ ਗੱਲਾਂ ਕਰਨੀਆਂ ਨੇ। ਸ਼ੇਰੇ ਪੰਜਾਬ ਗਿਆ, ਕਹਿਣ ਲੱਗਾ ਰਣਜੀਤ ਸਿੰਘਾ ਤੂੰ ਇਸ ਧਰਤੀ ਦਾ ਸਮਰਾਟ ਏ, ਪਰ ਮਰਦੇ ਦਮ ਤੱਕ ਆਪਣੇ ਜੀਵਨ ਵਿੱਚ ਤੂੰ 4 ਗੱਲਾਂ ਨੂੰ ਪੱਲੇ ਬੰਨ ਕੇ ਰੱਖੀ। ਜੇ 4 ਗੱਲਾਂ ਪੱਲੇ ਬੰਨ ਕੇ ਰੱਖੀਆਂ ਤੇ ਰਾਜ ਤੇਰੇ ਪੈਰਾਂ ਵਿੱਚ ਰੁਲਦਾ ਰਹੇਗਾ। ਪੁੱਛਿਆ ਕਿਹੜੀਆਂ? ਉਹਨੇ 4 ਰੱਬੀ ਹੁਕਮ ਜਿਹੜੇ ਲਿਖੇ। ਪਹਿਲੀ ਗੱਲ, ਆਪਣੇ ਜੀਵਨ ਵਿੱਚ ਜਿਤਨੀਆਂ ਮਰਜ਼ੀ ਤੂੰ ਜਿੱਤਾਂ ਪ੍ਰਾਪਤ ਕਰ ਲੈ, ਆਪਣੇ ਜੀਵਨ ਵਿੱਚ ਕਦੀ ਸਿੰਘਾਸਨ ਲਾ ਕੇ ਨਹੀਂ ਬੈਠਣਾ, ਸਿੰਘਾਸਨ ਤੇ ਨਹੀਂ ਬਹਿਣਾ। ਦੂਸਰੀ ਗੱਲ, ਜਦੋਂ ਵੀ ਕਿਸੇ ਮੁਹਿੰਮ ਤੇ ਚੜੇ, ਆਪਣੇ ਦਰਬਾਰ ਵੀ ਜਾਏ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਤੋਂ ਬਿਨਾ, ਪਾਠ ਸੁਣ ਤੋਂ ਬਿਨਾ ਕਦੀ ਦਰਬਾਰ ਵੀ ਜਾਈ ਨਾ। ਤੀਜਾ ਬਚਨ, ਪ੍ਰਜਾ ਨੂੰ ਇਸ ਤਰ੍ਹਾਂ ਪਾਲੀ ਜਿਵੇਂ ਆਪਣੇ ਪੁੱਤਰਾਂ ਨੂੰ ਪਾਲਣੇ। ਤੇ ਚੌਥੀ ਗੱਲ ਚੇਤੇ ਰੱਖੀ, ਲਾਹੌਰ ਵਿੱਚ ਇੱਕ ਸੱਯਦ ਪਰਿਵਾਰ ਹੈ, ਉਹਦੇ ਨਾਲ ਸਾਂਝ ਬਣਾ ਲਈ। ਭਾਵੇਂ ਸਾਰੇ ਦਗਾ ਦੇ ਜਾਣਗੇ ਪਰ ਅੰਤਲੇ ਸਮੇਂ ਤੱਕ ਉਹ ਤੇਰੇ ਬਣ ਕੇ ਰਹਿਣਗੇ। ਹੋ ਸਕਦਾ ਲਿਖਾਰੀ ਇਹਦੇ ਵਿੱਚ ਆਪਣੀ ਵੀ ਗੱਲ ਕਰ ਗਿਆ ਹੋਵੇ, ਪਰ ਜਦੋਂ ਉਹਦੀਆਂ 4 ਗੱਲਾਂ ਮੈਂ ਪੜ੍ਹੀਆਂ ਤੇ ਮਨ ਵਿੱਚ ਆਇਆ ਸ਼ੇਰੇ ਪੰਜਾਬ ਦੇ ਪੂਰੇ ਜੀਵਨ ਨੂੰ ਘੋਖਾਂ। ਸ਼ੇਰੇ ਪੰਜਾਬ ਸਾਰੀ ਜ਼ਿੰਦਗੀ ਸਿੰਘਾਸਨ ਤੇ ਨਹੀਂ ਬੈਠਾ, ਕੁਰਸੀ ਤੇ ਜ਼ਰੂਰ ਬੈਠਾ ਹੈ। ਪ੍ਰਜਾ ਨੂੰ ਕਿੰਨਾ ਕੁ ਪਾਲਿਆ। ਆ ਰਾਜਾ ਸ਼ੀ ਮੁਕੱਦਮ ਕੁੱਤੇ ਨਹੀਂ। ਉਹਦੇ ਜੀਵਨ ਦੀ ਘਟਨਾ ਸਾਂਝੀ ਕਰਾਂ, ਰਾਜਾ ਕਿਹੋ ਜਿਹਾ ਹੋਵੇ। ਕਹਿੰਦੇ ਨੇ ਕਾਲ ਪੈ ਗਿਆ ਤੇ ਸ਼ੇਰੇ ਪੰਜਾਬ ਰਾਤ ਨੂੰ ਭੇਸ ਬਦਲਾ ਕੇ ਗਰੀਬਾਂ ਦੀਆਂ ਝੁੱਗੀਆਂ ਵਿੱਚ ਗਿਆ। ਕੰਨ ਲਾ ਕੇ ਸੁਣਿਆ ਤੇ ਗਰੀਬ ਦੀ ਕੁੱਲੀ ਵਿੱਚੋਂ ਆਵਾਜ਼ ਪਈ ਹੁੰਦੀ ਸੀ, ਸ਼ੇਰੇ ਪੰਜਾਬ ਰੋਟੀ ਖਾਣ ਨੂੰ ਨਹੀਂ, ਤੂੰ ਤਾਂ ਦਿਆਲੂ ਵੇਂ, ਜੇ ਕਿਤੇ ਆਪਣੇ ਅਨਾਜ ਦੇ ਭੰਡਾਰ ਖੋਲਦਾ ਤੇ ਸਾਡੇ ਗਰੀਬਾਂ ਦੀ ਰੋਟੀ 4 ਦਿਨ ਚੱਲ ਜਾਏ। ਕਹਿੰਦੇ ਨੇ ਸ਼ੇਰੇ ਪੰਜਾਬ ਨੇ ਦੂਸਰੇ ਦਿਨ ਹੀ ਭੰਡਾਰ ਖੋਲ ਦਿੱਤੇ, ਢੰਡੋਰਾ ਪਟਵਾ ਦਿੱਤਾ, ਜਿੰਨਾ ਵੀ ਕੋਈ ਅਨਾਜ ਲਿਜਾ ਸਕਦਾ ਲੈ ਜਾਓ। ਇੱਕ ਬਜ਼ੁਰਗ ਆਇਆ, ਉਹਨੇ ਚਾਦਰ ਵਿਛਾਈ ਤੇ ਭੰਡਾਰੀ ਨੂੰ ਕਹਿੰਦਾ ਭਰ ਦੇ ਚਾਦਰ ਨੂੰ ਦਾਣਿਆਂ ਦੇ ਨਾਲ। ਉਹ ਕਹਿੰਦਾ ਬਾਬਾ ਤੂੰ ਬਜ਼ੁਰਗ ਏ, ਨਾਲ ਉਹਦਾ ਪੋਤਾ ਸੀ, ਤੇਰੇ ਤੋਂ ਪੰਡ ਭਾਰੀ ਚੁੱਕੀ ਨਹੀਂ ਜਾਣੀ। ਬਜ਼ੁਰਗ ਕਹਿੰਦਾ ਨਹੀਂ, ਪਤਾ ਨਹੀਂ ਪਰਤ ਕੇ ਰੋਟੀ ਮਿਲੇ ਕਿ ਨਾ, ਤੂੰ ਇੱਕ ਕੰਮ ਕਰ, ਅੱਜ ਪੰਡ ਵਿੱਚ ਜਿੰਨੇ ਪੈਂਦੇ ਨੇ ਤੂੰ ਪਾ ਦੇ, 4 ਦਿਨ ਸੁੱਖ ਨਾਲ ਨਿਕਲ ਜਾਣਗੇ। ਜਦੋਂ ਦਾਣਿਆਂ ਦੀ ਪੰਡ ਬੰਨੀ ਚੁੱਕੀ ਨਾ ਗਈ, ਇੱਕ ਨੌਜਵਾਨ ਆਇਆ ਭਰ ਜਵਾਨੀ ਵਿੱਚ, ਉਹਨੇ ਸਿਰ ਦੇ ਉੱਪਰ ਚਾਦਰ ਦਾ ਮੰਡਾਸਾ ਮਾਰਿਆ, ਕਹਿਣ ਲੱਗਾ ਬਾਬਾ ਲਿਆ ਤੂੰ ਪੰਡ ਮੈਨੂੰ ਚੁਕਾ, ਤੂੰ ਜਿੱਥੇ ਜਾਣਾ ਚਾਹਨਾ ਮੈਂ ਪੰਡ ਤੇਰੇ ਘਰ ਛੱਡ ਕੇ ਆਉਣਾ ਹਾਂ। ਪੰਡ ਸਿਰ ਤੇ ਚੁੱਕ ਲਈ, ਅੱਗੇ ਅੱਗੇ ਗਰੀਬ ਬਜ਼ੁਰਗ ਬਾਬਾ, ਨਾਲ ਉਹਦਾ ਛੋਟਾ ਜਿਹਾ ਪੋਤਾ, ਉਹਦੇ ਘਰ ਜਾ ਕੇ ਪੰਡ ਸੱਟੀ। ਤੇ ਜਦੋਂ ਪੰਡ ਸੱਟ ਕੇ ਉਹਨੇ ਸਿਰ ਤੋਂ ਚਾਦਰ ਲਾਈ ਤੇ ਦੇਖ ਕੇ ਹੈਰਾਨ ਹੋ ਗਿਆ, ਇਹ ਤਾਂ ਸ਼ੇਰੇ ਪੰਜਾਬ ਵਿੱਚ ਜਿਹਦੇ ਸਿਰ ਦੇ ਉੱਤੇ ਲੱਗੀ ਹੋਈ ਕਲਗੀ ਵੀ ਫਿਸ ਗਈ। ਜਦੋਂ ਕਲਗੀ ਦੇਖੀ ਠੰਬਰ ਗਿਆ, ਪੈਰਾਂ ਤੇ ਡੇਕ ਕੇ ਕਹਿੰਦਾ ਸ਼ੇਰੇ ਪੰਜਾਬ ਮੈਨੂੰ ਬਖਸ਼ ਦੇ, ਦੇਖ ਤੇਰੀ ਕਲਗੀ ਫਿਸ ਗਈ, ਮੇਰੇ ਘਰ ਤੂੰ ਅਨਾਜ ਚੁੱਕ ਕੇ ਆਇਆ। ਕਦੀ ਧਰਮੀ ਰਾਜੇ ਦੇ ਬੋਲ ਸੁਣੋ। ਬਜ਼ੁਰਗ ਚਰਨਾਂ ਵਿੱਚ ਡਿੱਗਾ, ਕਹਿੰਦਾ ਰਾਜਨ ਮੈਨੂੰ ਬਖਸ਼ ਦੇ, ਤੇਰੀ ਕਲਗੀ ਫਿਸ ਗਈ। ਤੇ ਛਾਤੀ ਨਾਲ ਲਾ ਕੇ ਕਹਿੰਦਾ ਨਹੀਂ ਬਾਬਾ, ਜੇ ਤੈਨੂੰ ਤੇ ਤੇਰੇ ਬੱਚਿਆਂ ਨੂੰ ਅੱਜ ਪੇਟ ਭਰ ਕੇ ਰੋਟੀ ਮਿਲ ਗਈ ਤੇ ਸ਼ੇਰੇ ਪੰਜਾਬ ਦੀ ਕਲਗੀ ਇਹਦੇ ਵਿੱਚ ਹੀ ਕਾਇਮ ਹੋ ਜਾਏ। ਕੇਵਲ ਮੈਨੂੰ ਤੇਰਾ ਸੁਖ ਚਾਹੀਦਾ ਹੈ। ਮੇਰੇ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜੇ ਤੂੰ ਗੁਰੂ ਨਾਲ ਜੁੜ ਕੇ ਰਹੇਗਾ, ਰਸਨਾ ਜਪੀਐ ਏਕ ਨਾਮ, ਇਹਾਂ ਸੁਖ ਆਨੰਦ ਘਣਾ, ਆਗੈ ਜੀ ਕੈ ਸੰਗ ਕਾਮ, ਕਟਿਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ, ਤੂੰ ਰਾਜਾ ਜੋਗੀ ਬਣ ਜਾ। ਸਾਧ ਸੰਗਤ ਇੱਕ ਪਾਸੇ ਜ਼ੁਲਮ ਦਾ ਰਾਜ, ਦੂਜੇ ਪਾਸੇ ਗੁਰੂ ਨਾਨਕ ਨੇ ਇੱਕ ਰਾਜ ਕਾਇਮ ਕੀਤਾ ਹੈ। ਕਮਾਲ ਦੀ ਗੱਲ ਭੱਟਾ ਨੇ ਕਹੀ, ਗੁਰੂ ਨਾਨਕ ਰਾਜਾ ਜੋਗੀ ਏ, ਦੁਨੀਆ ਦੇ ਰਾਜੇ ਤਨ ਤੇ ਰਾਜ ਕਰਦੇ ਰਹੇ, ਮੇਰੇ ਬਾਬੇ ਨੇ ਦੁਨੀਆ ਦੇ ਮਨ ਤੇ ਰਾਜ ਕੀਤਾ ਹੈ। ਤਾਂ ਹੀ ਤਾਂ ਭੱਟ ਕਹਿੰਦੇ ਨੇ ਸਤਜੁਗ ਤੈ ਮਾਣਿਓ, ਛਲਿਓ ਬਲ ਬਾਵਣ ਭਾਇਓ, ਤ੍ਰੇਤਾ ਤੈ ਮਾਣਿਓ,
राम रघुवंश कुहायो, द्वापर कृष्ण मारहार कंस करतार्थ कियो, उग्र सैन को राज अबै भगतै दिन दियो। पर बाबा तेरा राज किहो जिहा है? कलयुग कहन लगे, कलयुग प्रमाण नानक गुरु अंगद अमर कहायो, श्री गुरु अबचल अटल राज आद पुरख फरमायो। कलयुग दे अंदर गुरु नानक दा राज अटाले, इन्हें कदी बिड़सना नहीं। ਉਹ ਰਾਜ ਅੰਦਰ ਦਾ, ਨਾਮ ਦਾ, ਬਾਣੀ ਦਾ। ਤੇ ਸਤਿਗੁਰੂ ਨੇ ਅੱਜ ਉਸ ਰਾਜੇ ਦੀ ਗੱਲ ਕੀਤੀ ਜਿਹੜਾ ਪੂਰਬਲੇ ਕਰਮਾਂ ਕਰਕੇ ਰਾਜਾ ਬਣਿਆ ਪਰ ਜ਼ੁਲਮ ਕਰਕੇ ਖਤਮ ਹੋ ਗਿਆ। ਸਾਹਿਬ ਕਹਿੰਦੇ ਨੇ ਦਾਨੰਗ ਪਰਾ ਪੂਰਬੇਨ, ਦਾਨੰਗ ਦਾ ਅਰਥ ਹੈ ਦਾਨ, ਪਰਾ ਪੂਰਬੇਨ ਇਹਦਾ ਅਰਥ ਹੈ ਪੂਰਬਲੇ ਕੀਤੇ ਹੋਏ ਜਨਮ ਵਿੱਚ ਜਿਹੜੇ ਦਾਨ ਨੇ। ਦਾਨੰਗ ਪਰਾ ਪੂਰਬੇਨ ਪੁਚੰਤੇ, ਪੁਚੰਤੇ ਦਾ ਅਰਥ ਹੈ ਪੁੰਚਣਾ, ਮੰਨਣਾ, ਭੋਗਣਾ। ਮਹੀਪਤੇ, ਮਹੀਪਤੇ ਦਰ ਤੇ ਰਾਜਾ। ਪੂਰਬਲੇ ਕੀਤੇ ਹੋਏ ਦਾਨ ਅੱਗੇ ਆ ਗਏ, ਤੂੰ ਰਾਜਾ ਬਣ ਗਿਓ। ਸਾਹਿਬ ਕਹਿੰਦੇ ਨੇ ਦਾਨੰਗ ਪਰਾ ਪੂਰਬੇਨ ਪੁਚੰਤੇ ਮਹੀਪਤੇ। ਤੇ ਜਦੋਂ ਗੱਦੀ ਤੇ ਪੈ ਗਿਆ ਵਿਪਰੀਤ ਬੁੱਧੀਆਂ, ਤੇ ਗੱਦੀ ਦਾ ਨਸ਼ਾ ਬੜਾ ਭੈੜਾ ਹੈ। ਆ ਛੋਟੀ ਜੀ ਵੀ ਮਿਲ ਜਾ ਛੱਡਦੀ ਨਹੀਂ। ਮੈਂ ਇੱਕ ਸਮਾਂ ਤੇ ਜ਼ਿਆਦਾ ਹੋ ਗਿਆ ਕਿ ਸਿਰਫ ਛੋਟੀ ਜੀ ਘਟਨਾ ਸਾਂਝੀ ਕਰਾਂ। ਚੇਤੇ ਰੱਖੋ, ਜਿਨ੍ਹਾਂ ਨੂੰ ਭੁੱਖ ਗੱਦੀਆਂ ਦੀ ਲੱਗ ਜਾਏ ਨਾ ਉਹ ਬਖਸ਼ਦੇ ਨਹੀਂ। ਜੇ ਕਿਸੇ ਨੂੰ ਕਹਿੰਦੇ ਨੇ ਭਾਵੇਂ ਛੋਟੀ ਤੋਂ ਛੋਟੀ ਮਿਲ ਜਾ, ਲੋਕ ਮੈਨੂੰ ਕਹਿਣ ਤਾਂ ਸਹੀ ਮੇਰੇ ਕੋਲ ਪਦਵੀ ਹੈ। ਇੱਕ ਵਿਦਵਾਨ ਲਿਖਦਾ ਕਿਸੇ ਬੰਦੇ ਨੂੰ ਭੂਤ ਚੰਬੜ ਗਿਆ। ਧਿਆਨ ਦੇ ਅੱਜ ਥੋੜਾ ਜਿਹਾ। ਉਹ ਕਹਿੰਦਾ ਭੂਤ ਚੰਬੜ ਗਿਆ, ਸਿਆਣੇ ਕੋਲ ਲੈ ਗਏ। ਉਹ ਗਾਥ ਹੈ ਨਿਚੋੜ ਦੀ ਜਿਹੜੀ ਮੈਂ ਗੱਲ ਕਹਿਣੀ ਚਾਹਨਾ। ਕਹਿੰਦਾ ਭੂਤ ਚੰਬੜਿਆ, ਲੈ ਗਏ ਸਿਆਣੇ ਕੋਲ। ਤੇ ਉਹ ਸਿਆਣੇ ਨੇ ਕਿਹਾ, ਕਹਿਣ ਲੱਗਾ ਸਾਡੇ ਦਾ ਖਹਿੜਾ ਕਿਉਂ ਦੁੱਖ ਦੇਣਾ? ਕਹਿਣ ਲੱਗਾ ਖਹਿੜਾ ਤੇ ਛੱਡ ਦਿਓ, ਪਰ ਮੇਰੀ ਕਬਰ ਤੇ ਦੀਵਾ ਬਾਲੇਗਾ, ਮੇਰੀ ਮੜੀਆਂ ਤੇ ਦੀਵਾ ਬਾਲੇ, ਹਰ ਰੋਜ਼ ਬਾਲੇ ਕਰੇ। ਉਹ ਕਹਿੰਦਾ ਕੋਈ ਗੱਲ ਨਹੀਂ, ਦੀਵਾ ਬਾਲ ਦੇਗਾ। ਸਿੱਖ ਨੇ ਦੀਵਾ ਨਹੀਂ ਬਾਲਣਾ। ਇਹ ਮਤ ਕਿਹਾ ਜੇ ਭਾਈ ਸਾਹਿਬ ਸਾਖੀ ਸੁਣਾ ਗਿਆ ਵੀ ਆਪਾਂ ਵੀ ਕੰਮ ਸ਼ੁਰੂ ਕਰ ਦਈਏ, ਸਮਝਾਉਣ ਦੀ ਖਾਤਰ। ਉਹ ਕਹਿਣ ਲੱਗਾ ਵੀ ਬਾਲੇਗਾ ਦੀਵਾ। ਕਹਿੰਦਾ 7 ਬਚਨ ਵੀ ਜ਼ਰੂਰ ਬਾਲੇਗਾ। ਜਦੋਂ ਨੇ ਛੱਡ ਦਿੱਤਾ, ਉਹ ਪੁੱਛਦਾ ਮੈਨੂੰ ਇੱਕ ਗੱਲ ਦੱਸ, ਇਸ ਬੰਦੇ ਨੂੰ ਇੰਨਾ ਦੁੱਖ ਦਿੱਤਾ ਹੀ ਤੇ ਦੀਵਾ ਬਾਲ ਕੇ ਜੇ ਛੱਡ ਦੇਣਾ ਸੀ ਵਿਚਾਰੇ ਨੂੰ, ਕਿੰਨੇ ਸਾਲ ਤੋਂ ਦੁਖੀ ਕਰੀ ਰੱਖਿਆ, ਇਹਦਾ ਕਾਰਨ ਕੀ ਹੈ? ਉਹ ਕਹਿੰਦਾ ਗੱਲ ਇਹ ਵੇ, ਮੈਂ ਤਾਂ ਨੇਤਾ, ਭੂਤਾਂ ਦਾ। ਕਹਿੰਦਾ ਸਾਰੀ ਜ਼ਿੰਦਗੀ ਤੇ ਨੇਤਾ ਦੀਆਂ ਚੁੱਕਦਾ ਰਿਹਾ ਜੁੱਤੀਆਂ, ਪਿਆਰਿਆ ਚਿਮਚਾਗਿਰੀ ਰੱਜ ਕੇ ਕੀਤੀ, ਕੁਰਸੀ ਮਲੀ ਕੋਈ ਨਹੀਂ ਹੂੰ। ਮੈਂ ਸੋਚਿਆ ਜਿਹੜੇ ਆ ਮੇਰੇ ਤੋਂ ਪਹਿਲਾਂ ਮਰੇ ਪਏ ਨੇ ਇਹਨਾਂ ਦਾ ਤਾਂ ਲੀਡਰ ਬਣ ਜਾਵਾਂ। ਘੱਟੋ ਘੱਟ ਮੇਰੀ ਮੜੀ ਤੇ ਦੀਵਾ ਬੋਲੇ, ਲੋਕੀ ਮੜੀਆਂ ਦਾ ਕਹਿਣਗੇ ਲੀਡਰ, ਕਿਉਂਕਿ ਭੁੱਖੇ ਨਾ ਅੰਦਰ ਦੀ। ਸਾਹਿਬ ਕਹਿੰਦੇ ਨੇ ਦਾਨੰਗ ਪਰਾ ਪੂਰਬੇਨ ਪੁਚੰਤੇ ਮਹੀਪ ਤੇ ਵਿਪਰੀਤ ਬੁੱਧੀਅੰਗ। ਫਿਰ ਮਤ ਤੇ ਪੈਂਦਾ ਪੜਦਾ। ਫਿਰ ਕਹਿੰਦਾ ਹੁਣ ਕੀ ਪਰਵਾਹ, ਮਾਰਤ ਲੋਕੈ ਫਿਰ ਦੁਨੀਆ ਦੇ ਖੂਨ ਨਾਲ ਹੋਲੀ ਖੇਡਦਾ, ਕਾਣ ਕਰਦਾ ਵਿਪਰੀਤ ਬੁੱਧੀਅੰਗ ਮਾਰਤ ਲੋਕੈ ਨਾਨਕ ਚਿਰੰਕਾਲ। ਫਿਰ ਸਾਹਿਬ ਕਹਿੰਦੇ ਨੇ ਜਨਮ ਮਰਨ ਦਾ ਤਾਣਾ, ਚਿਰੰਕਾਲ ਦੁੱਖ ਭੋਗਤੇ, ਸਦਾ ਲਈ ਦੁੱਖ ਭੋਗਦਾ ਹੈ। ਪਰ ਜਿਹੜਾ ਸਿਮਰਨ ਕਰਦਾ ਹੈ, ਹਜ਼ੂਰ ਅੱਗੇ ਬਚਨ ਕਰਦੇ ਨੇ, ਬਿਰਥਾ ਅਨੁਗ੍ਰਹੰਗ, ਬਿਰਥਾ ਦਰ ਤੇ ਪੀੜਾ। ਜਿਹਨੂੰ ਰੋਗ ਲੱਗ ਜਾਏ ਜੇ ਸਿਮਰਨ ਕਰਦਾ ਹੈ, ਅਨੁਗ੍ਰਹੰਗ ਦਰ ਤੇ ਉਹ ਕਹਿੰਦਾ ਰੱਬਾ ਇਹ ਵੀ ਤੇਰੀ ਬਖਸ਼ਿਸ਼ ਹੀ ਹੈ, ਦੁੱਖ ਨਹੀਂ ਜੱਸਿਆ। ਬਿਰਥਾ ਅਨੁਗ੍ਰਹੰਗ ਗੋਬਿੰਦਾ ਹੈ, ਰੋਗ ਵੀ ਮੇਰੇ ਲਈ ਸੋਖੇ। ਪਰ ਕੌਣ ਕਹਿੰਦਾ ਜੱਸਿਆ? ਜਿਸ ਦੇ ਸਿਮਰਨ ਰਿਦੰਤਰ ਹੈ, ਜਿਸ ਦੇ ਹਿਰਦੇ ਵਿੱਚ ਸਿਮਰਨ ਟਿਕ ਜਾਏ। ਉਹ ਕਹਿੰਦਾ ਕੇਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾ ਤੇਰੀ ਦਤਾਰ। ਸਾਹਿਬ ਕਹਿੰਦੇ ਨੇ ਆਰੋਗੰਗ ਮਹਾਰੋਗਿਅੰਗ। ਪਰ ਜਿਹੜਾ ਅਰੋਗ ਨਾਮ ਨਹੀਂ ਜਪਦਾ ਉਹਦੇ ਨਾਲੋਂ ਵੱਡਾ ਰੋਗੀ ਕੋਈ ਨਹੀਂ। ਬਿਸਿਮਰ ਤੇ ਕਰੁਣਾ ਮੈਂ, ਕਿਉਂਕਿ ਰੱਬ ਦੇ ਨਾਮ ਨੂੰ ਭੁੱਲ ਜਾਣਾ ਹੀ ਸਭ ਤੋਂ ਵੱਡਾ ਰੋਗ ਹੈ। ਸਤਿਗੁਰੂ ਕਿਰਪਾ ਕਰਨ, ਸਾਨੂੰ ਵੀ ਸੂਝ ਬਖਸ਼ਣ। ਚੇਤੇ ਰੱਖਿਓ, ਕੱਲੇ ਇੱਕ ਰਾਜੇ ਲਈ ਨਹੀਂ, ਕਿਸੇ ਨੂੰ ਵੀ ਕੋਈ ਪਦਵੀ ਮਿਲ ਜਾਏ, ਗੁਰੂ ਘਰ ਦੀ ਸੇਵਾ ਮਿਲ ਜਾਏ, ਕਿਸੇ ਸੁਸਾਇਟੀ ਦੀ ਮਿਲ ਜਾਏ, ਕਿਸੇ ਸਮਾਜ ਦੀ ਮਿਲ ਜਾਏ, ਰੱਬ ਤੋਂ ਡਰ ਕੇ ਰਹਿ। ਕਿਉਂਕਿ ਉਹ ਇੱਕ ਖੇਨੀ ਲਾਂਦਾ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।